ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਤਹ ਤਨੁ ਜਾ ਕੋ ਪੰਚ ਸੈ ਹੁਤੋ ਸ਼ਾਹ ਇਕ ਦੇਤ। ਅਗ ਕੋ ਦਰਬ ਪਛਾਨ ਕੈ ਸਿਖ ਨਾ ਪੂਰਬ ਲੇਤ। ਤਹ ਤਨੁ ਜਾ ਕੋ ਪੰਚ ਸੈ ਹੁਤੋ ਸ਼ਾਹ ਇਕ ਦੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੋ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਕਾ ਖਾਲਸਾ, ਸਾਧ ਸੰਗਤ ਮਾਈ ਭਾਈ ਜੀ। ਆਪ ਸਾਰੀਆਂ ਸੰਗਤਾਂ ਬੜੇ ਵੱਡਿਆਂ ਭਾਗਾਂ ਵਾਲੇ ਹੋ। ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਹੁਤ ਵੱਡੀ ਭਾਰੀ ਕਿਰਪਾ, ਬਖਸ਼ਿਸ਼, ਮਿਹਰ, ਦਇਆ ਹੋ ਰਹੀ ਹੈ, ਜਿਸ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਨ ਦਾ, ਸੋਹਣੇ ਸਾਹਿਬਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਵਡਭਾਗਿਆਂ ਦੀਆਂ ਨਿਸ਼ਾਨੀਆਂ ਹਨ ਜੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਦੇ ਆ, ਦਰਸ਼ਨ ਕਰਦੇ ਆ। ਬਹੁਤ ਗੁਰੂ ਕੇ ਪਿਆਰੇ ਐਸੇ ਹਨ ਜਿਨ੍ਹਾਂ ਦੇ ਮਨ ਵਿੱਚ ਚਾਓ ਚੜ੍ਹਿਆ ਰਹਿੰਦਾ ਹੈ, ਖਿੱਚ ਬਣੀ ਰਹਿੰਦੀ ਹੈ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨ ਪਰਸਣ ਵਾਸਤੇ, ਦਰਸ਼ਨ ਕਰਨ ਵਾਸਤੇ। ਪਰ ਕਲਯੁਗ ਦੇ ਵਿੱਚ ਇਹੋ ਜਿਹੀਆਂ ਰੁਕਾਵਟਾਂ ਬਣ ਜਾਂਦੀਆਂ ਜਿਸ ਕਾਰਨ ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਂਝੇ ਹੀ ਰਹਿਣਾ ਪੈਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਣ ਦਾ ਸੁਭਾਗ ਬਹੁਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦਇਆ ਕਰਦੇ ਹਨ, ਮਿਹਰ ਕਰਦੇ ਹੈ, ਤਾਂ ਇਹ ਸਮਾਂ ਮਿਲਦਾ ਹੈ। ਆਪ ਸਾਰੇ ਗੁਰਮੁਖ ਜਨਮਾਈ ਭਾਈ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਬਹੁਤੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਜੋ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ, ਦਰਸ਼ਨ ਕਰ ਰਹੇ ਹੋ। ਨਿਤਨੇਮ ਦੇ ਅਨੁਸਾਰ ਸਤਿਗੁਰਾਂ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਜੋ ਇਹ ਪਿਛਲੇ ਪਹਿਰ ਦੇ ਦੀਵਾਨ ਸਜਦੇ ਹਨ, ਜਿਨ੍ਹਾਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ, ਗੁਰੂ ਕੀ ਸੰਗਤ ਨੂੰ ਦੇਸ਼ ਵਿਦੇਸ਼ ਦੇ ਵਿੱਚ ਸਰਵਣ ਕਰਵਾਈ ਜਾਂਦੀ ਹੈ। ਧੰਨ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਦੇ ਸਹਾਈ, ਸਾਰੀ ਸ੍ਰਿਸ਼ਟੀ ਦੇ ਕਰਨਹਾਰੇ, ਰਚਨਹਾਰੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅੰਮ੍ਰਿਤਮਈ ਇਤਿਹਾਸ ਦੀ ਕਥਾ ਸੰਗਤ ਜੀ ਚੱਲ ਰਹੀ ਹੈ। ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀਗਾ, ਇੱਕ ਕੋਈ ਗੁਰਮੁਖ ਜਨ ਸਤਿਗੁਰਾਂ ਦੇ ਪਾਸ ਆਇਆ ਹੈ, ਆਣ ਕੇ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਕਿਰਪਾ ਕਰਕੇ ਦੱਸੋ, ਮੈਂ ਸਿੱਖ ਸਜਾ ਵਿਆਹ ਕਰਾ ਲਵਾਂ ਜਾਂ ਸੱਚੇ ਪਾਤਸ਼ਾਹ ਮਹਾਰਾਜ ਫਕੀਰ ਹੋ ਜਾਵਾਂ। ਸਤਿਗੁਰੂ ਕਹਿਣ ਲੱਗੇ ਤੈਨੂੰ ਇਸ ਗੱਲ ਦਾ ਉੱਤਰ ਅਸੀਂ ਦੇਵਾਂਗੇ, ਪਹਿਲਾਂ ਇਹ ਇੱਕ ਕਰਮ ਸਾਡਾ ਕਰ, ਸੇਵਾ ਨਿਭਾ। ਕਹਿੰਦਾ ਦੱਸੋ ਮਹਾਰਾਜ। ਹਜ਼ੂਰ ਕਹਿਣ ਲੱਗੇ ਆ ਸਾਡਾ ਹੁਕਮਨਾਮਾ ਲੈ ਜਾ, ਫਲਾਂ ਫਲਾਂ ਪਿੰਡ ਦੇ ਵਿੱਚ ਫਲਾਂ ਫਲਾਂ ਸਾਡਾ ਸਿੱਖ ਰਹਿੰਦਾ ਹੈ, ਉਸ ਨੂੰ ਜਾ ਕੇ ਸਾਡਾ ਹੁਕਮਨਾਮਾ ਵਿਖਾ। 200 ਰੁਪਇਆ ਉਸ ਦੇ ਪਾਸੋਂ ਲੈ ਕੇ
ਫਿਰ ਕੋਈ ਜਲ ਪਾਣੀ ਛਕਣਾ ਹੈ ਤੇ ਫਿਰ ਸਾਡੇ ਪਾਸ ਆਈ, ਫਿਰ ਤੈਨੂੰ ਇਹਦਾ ਉੱਤਰ ਦੇਵਾਂਗੇ। ਉਹ ਮਹਾਰਾਜ ਦਾ ਹੁਕਮਨਾਮਾ ਲੈ ਕੇ ਚੱਲ ਪਿਆ। ਜੋ ਸਤਿਗੁਰਾਂ ਨੇ ਟਿਕਾਣਾ ਦੱਸਿਆ ਹੋਇਆ ਸੀਗਾ ਉੱਥੇ ਗਿਆ, ਗੁਰਸਿੱਖ ਦੇ ਘਰੇ ਪਹੁੰਚਿਆ। ਸਤਿਗੁਰਾਂ ਦਾ ਹੁਕਮਨਾਮਾ ਗੁਰਮੁਖ ਪਰਿਵਾਰ ਨੂੰ ਦਿੱਤਾ ਹੈ। ਪਰਿਵਾਰ ਦੇ ਵਿੱਚ ਇੱਕ ਸਿੱਖ ਹੈ, ਇੱਕ ਉਸ ਦੇ ਘਰੋਂ ਹੈ ਧਰਮ ਸੁਪਤਨੀ ਬੀਬੀ, ਇੱਕ ਉਹਨਾਂ ਦੀ ਨੌਜਵਾਨ ਲੜਕੀ ਹੈ। ਇੰਨਾ ਹੀ ਕੀ ਪਰਿਵਾਰ ਹੈ ਜੋ ਗੁਰੂਆਂ ਨੇ ਮਿਹਰ ਕਰਕੇ ਇੱਕ ਮਾਇਆਮਈ ਸਾਰਾ ਇਹ ਬਣਾਇਆ ਹੋਇਆ ਹੈ ਸਮੱਤ ਦੇਣ ਵਾਸਤੇ। ਉਹ ਸਵਾਲ ਕਰਤੇ ਨੂੰ ਗਏ ਹੋਏ ਸਿੱਖ ਨੇ ਦੇਖਿਆ ਘਰ ਵਿੱਚ ਬੜੀ ਗਰੀਬੀ ਹੈ। ਗੁਰਸਿੱਖ ਪਰਿਵਾਰ ਜਿਹੜਾ ਹੈ ਬਾਹਲੀ ਗਰੀਬੀ ਦੀ ਹਾਲਤ ਵਿੱਚ ਹੈ। ਹੁਕਮਨਾਮਾ ਗੁਰਸਿੱਖ ਪਰਿਵਾਰ ਨੇ ਲਿਆ, ਸਾਹਿਬਾਂ ਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਮਸਤਕ ਨੂੰ ਲਾਇਆ। ਸਿੱਖ ਨੂੰ ਕਹਿਣ ਲੱਗੇ, ਤੂੰ ਭਾਈ ਕੋਈ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ, ਅਸੀਂ ਪ੍ਰਬੰਧ ਕਰਦੇ ਹਾਂ। ਗਿਆ ਹੋਇਆ ਸਿੱਖ ਜਿਹੜਾ ਪੱਤਰ ਮਹਾਰਾਜ ਦਾ ਲੈ ਕੇ ਗਿਆ ਸੀ, ਕਹਿਣ ਲੱਗਾ ਮੈਨੂੰ ਇਹ ਹੁਕਮ ਹੈ ਗੁਰਾਂ ਦਾ, ਪਹਿਲਾਂ ਮਾਇਆ ਲੈਣੀ ਹੈ, ਪੈਸੇ ਲੈਣੇ ਹੈ, ਫਿਰ ਕੋਈ ਜਲ ਪਾਣੀ ਛਕਣਾ ਹੈ। ਇਸ ਵਾਸਤੇ ਮੈਂ ਤੁਹਾਡੇ ਘਰ ਦਾ ਜਲ ਪਾਣੀ ਕੋਈ ਨਹੀਂ ਛਕਣਾ। ਇਹ ਵਚਨ ਸੁਣ ਕੇ ਗੁਰਸਿੱਖ ਪਰਿਵਾਰ ਦੁਬਿਧਾ ਦੇ ਵਿੱਚ ਪੈ ਗਿਆ ਵੀ ਵੱਡੀ ਭਾਰੀ ਪਰਖ ਸਿੱਖੀ ਦੀ ਹੋਣ ਲੱਗੀ ਹੈ। ਉਸ ਜ਼ਮਾਨੇ ਦਾ 200 ਰੁਪਈਆ ਅੱਜ ਦੇ 2 ਕਰੋੜ ਤੋਂ ਵੀ ਉੱਪਰ ਬਣ ਜਾਂਦਾ, ਇੰਨਾ ਉਸ ਵੇਲੇ ਮਾਇਆ ਦੀ ਕੀਮਤ ਸੀਗੀ। ਤੇ ਬਹੁਤ ਮਨ ਦੇ ਵਿੱਚ ਵਿਚਾਰਾਂ ਕਰਦੇ ਹੈ ਵੀ ਹੁਣ ਕਿਵੇਂ ਕੀਤਾ ਜਾਵੇ। ਇਹ ਮਨ ਦੁਬਿਧਾ ਦੇ ਵਿੱਚ ਪਿਆ ਹੋਇਆ ਹੈ। ਇੱਥੇ ਹੀ ਕੱਲ੍ਹ ਸਮਾਂ ਸਮਾਪਤ ਹੋਣ 'ਤੇ ਕਥਾ ਦੀ ਸਮਾਪਤੀ ਕੀਤੀ ਗਈ ਸੀਗੀ। ਇੱਥੋਂ ਅੱਗੇ ਸਾਧ ਸੰਗਤ ਜੀ ਕਥਾ ਦੀ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਵਾਂ ਨੂੰ ਤਾਰਨ ਵਾਸਤੇ ਕੀ ਕੌਤਕ ਕਰ ਰਹੇ ਹੈ। ਸਰਦਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਤਹਿ ਤਨੁ ਜਾ ਕੋ ਪੰਚ ਸੈ, ਹੋ ਤੋ ਛਾਉ ਇਕ ਦੇਤ। ਘਰ ਵਾਲੇ ਸਿੱਖ ਨੂੰ ਉਦਾਸ ਬੈਠੇ ਨੂੰ ਦੇਖ ਕੇ ਉਹ ਸਿੱਖ ਦੇ ਘਰੋਂ ਧਰਮ ਸੁਪਤਨੀ ਬੀਬੀ ਕਹਿਣ ਲੱਗੀ, ਇੰਨੇ ਨਾਰਾਜ਼ ਕਿਉਂ ਹੁੰਦੇ ਹੋ, ਨਾਰਾਜ਼ ਕਿਉਂ ਹੋ ਰਹੇ ਹੋ? ਇੱਕ ਸ਼ਾਹੂਕਾਰ ਹੈ, ਉਹ ਆਪਣੀ ਲੜਕੀ ਨੂੰ ਖਰੀਦਣਾ ਚਾਹੁੰਦਾ ਸੀ, 500 ਰੁਪਈਆ ਦਿੰਦਾ ਸੀਗਾ ਆਪਣੀ ਲੜਕੀ ਦਾ। ਅਗ ਕੋ ਦਰਵ ਪਛਾਨ ਕੈ, ਸਿੱਖ ਨਾ ਪੂਰਬ ਲੇਤ। ਤੇ ਆਪਾਂ ਨੇ ਇਹ ਵੱਡਾ ਪਾਪ ਸਮਝਿਆ ਸੀ ਕੰਨਿਆ ਦਾ ਪੈਸਾ ਲੈਣਾ। ਪਾਪ ਕਰਕੇ ਆਪਾਂ ਨੇ ਕੰਨਿਆ ਜਿਹੜੀ ਆ ਸ਼ਾਹੂਕਾਰ ਨੂੰ ਨਹੀਂ ਸੀ ਦਿੱਤੀ। ਸਾਧ ਸੰਗਤ ਜੀ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਬੜੇ ਸਖਤ ਹੁਕਮ ਹਨ ਰਹਿਤਨਾਮਿਆਂ ਦੇ ਵਿੱਚ। ਕੰਨਿਆ ਪ੍ਰਤੀ, ਬੱਚੀਆਂ ਪ੍ਰਤੀ ਤਾਂ ਬਹੁਤ ਹੀ ਸਖਤ ਹਨ। ਹਜ਼ੂਰ ਦਾ ਫਰਮਾਨ ਹੈ, ਕੰਨਿਆ ਦੇਵੇ ਸਿੱਖ ਕੋ, ਨਹੀਂ ਕਿਛ ਲੇਵੇ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਮੇਰੇ ਧਾਮ। ਕੰਨਿਆ ਗੁਰਸਿੱਖ ਨੂੰ ਦੇਣੀ ਹੈ, ਮਾਇਆ ਦੇ ਲਾਲਚ ਵਿੱਚ ਪੈ ਕੇ ਕਿਸੇ ਪਤਤ ਨੂੰ, ਗੈਰ ਜਾਤ ਧਰਮ ਵਾਲੇ ਨੂੰ ਨਹੀਂ ਦੇਣੀ ਕੰਨਿਆ। ਜਿੱਥੋਂ ਤੱਕ ਹੋਵੇ ਤਿਆਰ ਬਰ ਤਿਆਰ ਗੁਰਸਿੱਖ ਨੂੰ ਆਪਣੀ ਬੱਚੀ ਜਿਹੜੀ ਹੈ ਵਿਆਹੁਣੀ ਹੈ। ਨਾ ਕਿਛ ਲੇਵੇ ਦਾਮ, ਐਸਾ ਨਹੀਂ ਹੈ ਵੀ ਕੰਨਿਆ ਦੇ ਪੈਸੇ ਵਟ ਲੈ ਜਾਣ, ਕਿਸੇ ਪਤਤ ਨੂੰ ਵੇਚ ਕੇ ਇਹ ਜਿਹੇ ਨੂੰ ਦੇ ਕੇ। ਮਹਾਰਾਜ ਕਹਿੰਦੇ ਜਿਹੜਾ ਸਾਡਾ ਬਾਚਨ ਮੰਨਦਾ ਹੈ ਨਾ, ਕੰਨਿਆ ਸਿੱਖ ਦੇ ਨਾਲ ਵਿਆਹੁੰਦਾ ਹੈ ਤਿਆਰ ਬਰ ਤਿਆਰ ਦੇ ਨਾਲ, ਮਾਇਆ ਨਹੀਂ ਕੰਨਿਆ ਦੀ ਲੈਂਦਾ, ਉਹੀ ਮੇਰਾ ਸਿੱਖ ਹੈ। ਦੂਆ ਮੇਰਾ ਸਿੱਖ ਨਹੀਂ ਹੈ ਜਿਹੜਾ ਸਾਡਾ ਬਚਨ ਨਹੀਂ ਮੰਨਦਾ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਵੇਂ ਪਿੱਛੇ ਇੱਕ ਸਾਖੀ ਦੇ ਵਿੱਚ ਆਇਆ ਵੀ ਸੀਗਾ ਕਿ ਉਹ ਪਰਿਵਾਰ ਨੇ ਆਪਣੇ ਬਾਲਾਂ ਦੀ ਰੱਸੀ ਬਣਾ ਕੇ
ਇਹ ਸਭ ਸੱਚੇ ਪਾਤਸ਼ਾਹ ਮਹਾਰਾਜ ਮਾਇਆ ਵੀ ਕੌਤਕ ਰਚ ਰਹੇ ਨੇਗੇ ਗੁਰਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ। ਕੰਨਿਆ ਵੇਚਣੀ ਕਰਨੀ ਇਹ ਬਹੁਤ ਬੁਰਾਈ ਹੈ ਤਾਂ ਸਾਰੇ ਲੋਕਾਂ ਦੇ ਵਿੱਚ, ਪਰ ਗੁਰੂ ਕੇ ਸਿੱਖਾਂ ਦੇ ਵਿੱਚ ਇਹਨੂੰ ਬਾਹਲਾ ਹੀ ਬੁਰਾ ਸਮਝਿਆ ਜਾਂਦਾ। ਕੰਨਿਆ ਮਾਰਨਾ, ਕੰਨਿਆ ਦੇ ਪੈਸੇ ਲੈਣੇ, ਕੰਨਿਆ ਨਾਲ ਦੁਰਵਿਹਾਰ ਕਰਨਾ। ਸੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਇਹ ਕੌਤਕ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ। ਸਿੱਖ ਦੇ ਘਰ ਵਾਲੀ ਕਹਿਣ ਲੱਗੀ, ਉਹ ਫਲਾਂ ਸ਼ਾਹੂਕਾਰ ਆਪਣੀ ਲੜਕੀ ਦਾ 500 ਰੁਪਈਆ ਦਿੰਦਾ ਸੀਗਾ, ਪਰ ਆਪਾਂ ਨੇ ਇਹ ਪਾਪ ਦੇ ਪੈਸੇ ਕਰਕੇ ਕੰਨਿਆ ਨੂੰ ਨਹੀਂ ਦਿੱਤਾ ਸੀਗਾ, ਸ਼ਾਹੂਕਾਰ ਨੂੰ। ਚਾਉ ਪਏ ਦੁਆਇ ਘਾਟ ਕਾ ਬੇਤੇ ਜਬ ਬੈਸੇ। ਸੋ ਇਸ ਤਰ੍ਹਾਂ ਜਦ 2 ਘੜੀਆਂ ਦਾ ਸਮਾਂ ਬਤੀਤ ਹੋਇਆ, ਤੇਹ ਅੰਗ ਨਾ ਬੋਲੇ ਤਬ ਐਸੇ। ਤਾਂ ਫਿਰ ਜਿਹੜੇ ਸਿੱਖ ਦੇ ਘਰ ਵਾਲੀ ਹੈ ਉਹ ਸਿੱਖ ਨੂੰ ਕਹਿਣ ਲੱਗੀ, ਕਿਉਂ ਚਿੰਤਾ ਚਿਤ ਮੈਂ ਤਬ ਕੇ ਨੰ। ਭਾਈ ਤੁਸੀਂ ਕਿਉਂ ਫਿਕਰ ਕਰਦੇ ਹੋ, ਮਨ ਵਿੱਚ ਇੰਨੀ ਚਿੰਤਾ ਕਿਉਂ ਕਰ ਰਹੇ ਹੋ? ਜੋ ਹਮ ਟੇਗ ਸੋ ਸਤਿਗੁਰ ਦੇ ਨੰ। ਭਾਈ ਸਾਡੇ ਕੋਲ ਜਿਹੜਾ ਹੈ ਘਰ ਦੇ ਵਿੱਚ ਕੋਈ ਵੀ ਵਸਤੂ ਹੈ ਸਾਡੀ ਥੋੜ੍ਹੋ, ਇਹ ਤਾਂ ਸਾਰਾ ਕੁਝ ਗੁਰੂ ਦਾ ਹੈ। ਇਹ ਘਰ ਪਰਿਵਾਰ ਅਸੀਂ ਵਸਤੂਆਂ ਸਭ ਗੁਰੂ ਕੇ ਹਨ। ਇਸ ਵਾਸਤੇ ਕੋਈ ਇਹੋ ਜਿਹੀ ਵਿਚਾਰ ਨਹੀਂ ਮਨ ਵਿੱਚ ਕਰਨੀ ਚਾਹੀਦੀ। लेहो सुता को द्वा साओ अब है। ਇਸ ਵਾਸਤੇ ਉਹ ਜਿਹੜਾ ਸ਼ਾਹੂਕਾਰ ਆਪਣੀ ਕੰਨਿਆ ਨੂੰ ਖਰੀਦਦਾ ਸੀਗਾ, ਲੈਂਦਾ ਸੀਗਾ, 500 ਰੁਪਈਆ ਦਿੰਦਾ ਸੀ। ਆਪਾਂ ਪਾਪ ਦੀ ਕਮਾਈ ਕਰਕੇ ਨਹੀਂ ਉਹ ਪੈਸੇ ਲਏ, ਪਰ ਹੁਣ ਵਸਤੂ ਵੀ ਗੁਰੂ ਕੀ ਹੈ, ਮਾਇਆ ਵੀ ਗੁਰੂ ਕੀ ਹੈ, ਗੁਰਾਂ ਨੂੰ ਪਹੁੰਚਣੀ ਹੈ, ਤੇ ਆਪਾਂ ਸ਼ਾਹੂਕਾਰ ਦੇ ਪਾਸ ਕੰਨਿਆ ਨੂੰ ਵੇਚ ਦਈਏ, 200 ਰੁਪਈਆ ਪਹਿਲਾਂ ਲੈ ਲਈਏ। ਸਤਿਗੁਰ ਹੇਤ ਦੇਹੋ ਸੋ ਤਬ ਹੈ। ਤੇ ਇਸ ਤਰ੍ਹਾਂ ਆਪਾਂ ਉਹ 200 ਰੁਪਈਆ ਗੁਰਾਂ ਵਾਸਤੇ ਭੇਜ ਦਈਏ, ਸੇਵਾ ਵਾਸਤੇ। ਜੇ ਨਿਜ ਹਿਤ ਲੇਵੈ ਅਗ ਹੋਏ। ਕਿਉਂਕਿ ਜੇ ਆਪਾਂ ਆਪਣੇ ਵਾਸਤੇ ਕੰਨਿਆ ਵੇਚਦੇ ਆ, ਆਪਣੇ ਕਿਸੇ ਘਰ ਦੇ ਕਾਰਜ ਵਾਸਤੇ, ਤਾਂ ਆਪਾਂ ਨੂੰ ਵੱਡਾ ਭਾਰੀ ਪਾਪ ਹੈ। ਕੰਨਿਆ ਵੀ ਗੁਰੂ ਕੀ, ਘਰ ਵੀ ਗੁਰੂ ਕਾ, ਆਪਾਂ ਵੀ ਗੁਰੂ ਕੇ। ਕੰਨਿਆ ਨੂੰ ਵੇਚ ਕੇ ਮਾਇਆ ਭੇਜਣੀ ਗੁਰਾਂ ਨੂੰ, ਉਹ ਵੀ ਗੁਰੂ ਕੀ। ਇਸ ਵਾਸਤੇ ਗੁਰਾਂ ਨੂੰ ਮਾਇਆ ਭੇਜਣ ਵਾਸਤੇ ਪਾਪ ਨਹੀਂ ਹੈ। ਜੇ ਕੰਨਿਆ ਵੇਚ ਕੇ ਘਰ ਵਿੱਚ ਮਾਇਆ ਵਰਤ ਗਈ ਆਪਣੇ ਸੁੱਖ ਸੁਵਿਧਾ ਵਾਸਤੇ, ਤਾਂ ਆਪਾਂ ਨੂੰ ਪਾਪ ਹੈ। ਪਰ ਉਪਕਾਰ ਦੋਸ਼ ਨਹਿ ਕੋਏ। ਕਿਉਂਕਿ ਪਰ ਉਪਕਾਰ ਵਾਸਤੇ ਕੋਈ ਦੋਸ਼ ਨਹੀਂ ਹੈ। ਜਿਵੇਂ ਦਾਸ ਨੇ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਗੁਰਾਂ ਦਾ ਹੁਕਮ ਆ ਬੜਾ ਕਰੜਾਈ ਦੇ ਨਾਲ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ। ਪਰ ਸੰਗਤ ਜੀ, ਜਿੱਥੇ ਕਿਸੇ ਦੀ ਜਾਨ ਬਚਦੀ ਹੋਵੇ ਉੱਥੇ ਝੂਠ ਜਿਹੜਾ ਹੈ ਉਹ ਪੁੰਨ ਹੋ ਜਾਂਦਾ ਹੈ, ਤੇ ਸੱਚ ਬੋਲ ਕੇ ਕਿਸੇ ਨੂੰ ਮਰਵਾ ਦੇਣਾ ਉੱਥੇ ਸੱਚ ਉਹ ਪਾਪ ਹੋ ਜਾਂਦਾ ਹੈ। ਧਰਮ ਅਰਥ ਕੋਈ ਕਾਰਜ ਕਰਨਾ ਉਹਦਾ ਪਾਪ ਨਹੀਂ ਹੈ, ਧਰਮ ਤੋਂ ਹਟ ਕੇ ਕਾਰਜ ਕਰਨਾ ਉਹਦਾ ਪਾਪ ਹੈ। ਇਸ ਵਾਸਤੇ ਇਹ ਸਾਰਾ ਕੁਝ ਗੁਰੂ ਕਾ ਹੈ। ਗੁਰੂ ਵਾਸਤੇ ਕੰਨਿਆ ਨੂੰ ਵੇਚਣਾ, ਇਸ ਦਾ ਆਪਾਂ ਨੂੰ ਕੋਈ ਪਾਪ ਨਹੀਂ ਹੈ। ਤੁਰਨ ਕੀ ਜੈ ਉਠ ਕਰ ਕਾਜਾ। ਇਸ ਵਾਸਤੇ ਉਹ ਬੀਬੀ ਕਹਿਣ ਲੱਗੀ ਕਿ ਸਵਾਮੀ ਛੇਤੀ ਦੇਣੀ ਉੱਠ ਕੇ ਤੁਸੀਂ ਇਹ ਕੰਮ ਕਰੋ, ਲੜਕੀ ਲੈ ਜਾਵੋ ਸ਼ਾਹੂਕਾਰ ਦੇ ਪਾਸ, ਤੇ ਉੱਥੋਂ ਪੈਸੇ ਲੈ ਆਓ, ਲੜਕੀ ਛੱਡ ਆਓ। ਰਾਖੋ ਸਿੱਖੇ ਕੋ ਪਰਨ ਆਜਾ। ਕਿਉਂਕਿ ਪਰਨ ਹੈ ਗੁਰੂ ਕੀ ਸਿੱਖੀ ਦਾ। ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਸਿੱਖੀ ਦਾ ਪਰਨ ਹੈ। ਇਹ ਸਾਰਾ ਘਰ ਪਰਿਵਾਰ ਗੁਰੂ ਕਾ ਹੈ। ਇਸ ਵਾਸਤੇ ਜੋ ਸਿੱਖੀ ਪਰਖ ਮੰਗਦੀ ਹੈ, ਉਹ ਪਰਖ ਦੇ ਵਿੱਚ ਪੂਰੇ ਉਤਰੀਏ। ਆਪਾਂ ਲੜਕੀ ਨੂੰ ਦੇ ਕੇ, ਪੈਸੇ ਦੇ ਕੇ, ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਭੇਜ ਕੇ ਸੁਰਖਰੂ ਹੋਈਏ। ਸੁਨ ਸਲਾਹ ਐਸੇ ਨਿਜ ਤੇ ਕੇ। ਉਹ ਸਿੱਖ ਨੇ ਆਪਣੇ ਘਰ ਵਾਲੀ ਦੀ, ਧਰਮ ਸੁਪਤਨੀ ਦੀ ਇਹ ਰਾਏ ਸੁਣੀ। ਮਾਨੇ ਮਨ ਕਰ ਭਾਵਤ ਨੇਕੇ। ਤੇ ਮਨ ਦੇ ਵਿੱਚ ਮੰਨ ਲਿਆ ਵੀ ਜੋ ਮੇਰੀ ਘਰ ਵਾਲੀ ਕਹਿ ਰਹੀ ਹੈ ਬਿਲਕੁਲ ਠੀਕ ਕਹਿ ਰਹੀ, ਗਲਤ ਨਹੀਂ ਕਹਿ ਰਹੀ ਹੈ। ਦੋਹਰਾ ਗਮਨਿਓ ਟੇਗ ਤਬ ਸ਼ਾਹ ਕੇ ਬੈਠਿਓ ਬਚਨ ਅਲਾਏ। ਇਸ ਤਰ੍ਹਾਂ ਆਪਣੀ ਲੜਕੀ ਨੂੰ ਲੈ ਕੇ ਗੁਰੂ ਕਾ ਸਿੱਖ ਸ਼ਾਹੂਕਾਰ ਦੇ ਪਾਸ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ, ਸਹਸ ਅਟਾਈ ਦਰਬ ਦੇ ਸੁਤਾ ਵਿਆਹ ਲੈ ਜਾਏ। ਸ਼ਾਹੂਕਾਰ
250 ਰੁਪਈਆ ਮੈਨੂੰ ਦੇ ਦੇ ਤੇ ਮੇਰੀ ਲੜਕੀ ਜਿਹੜੀ ਉਹਨੂੰ ਵਿਆਹ ਕੇ ਲੈ ਜਾ, ਉਸ ਦਾ ਡੋਲਾ ਤੂੰ ਆਪਣੇ ਘਰੇ ਲੈ ਜਾ। ਚਾਉ ਪਏ ਕਹਿ ਸ਼ਾਹੋ ਤੁਮ ਲਿਹੋ ਬਧੇਰੇ। ਉਹ ਸ਼ਾਹੂਕਾਰ ਕਹਿਣ ਲੱਗਾ ਲੜਕੀ ਵੇਚਣੀ ਹੈ ਤੇ ਜ਼ਿਆਦੇ ਪੈਸੇ ਲਓ, ਘੱਟ ਕਿਉਂ ਲੈਨੇ ਹੋ? ਦਰਬ ਵਿਸਾਲ ਸਦਨ ਮਹਿ ਮੇਰੇ। ਮੇਰੇ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ, ਵੱਧ ਤੋਂ ਵੱਧ ਪੈਸਾ ਤੁਸੀਂ ਲਓ ਮੇਰੇ ਪਾਸੋਂ। ਤਾਰਿਦ ਏਕ ਬਾਰ ਨਿਜ ਖੋਏ। ਲੜਕੀ ਦੇ ਵੇਚਣੀ ਹੈ, ਤੁਸੀਂ ਮਨ ਬਣਾ ਲਿਆ ਵੇਚਣ ਦਾ, ਤੇ ਲੜਕੀ ਵੇਚ ਕੇ ਪੈਸੇ ਖੁੱਲੇ ਲਓ ਜਿਹਦੇ ਨਾਲ ਤੁਹਾਡੇ ਘਰ ਦੀ ਗਰੀਬੀ ਚੱਕੀ ਜਾਵੇ। ਸੁਖ ਪਾਵਹੁ ਕਰ ਸ਼ੰਕ ਨਾ ਕੋਏ। ਇਸ ਤਰ੍ਹਾਂ ਇਹਦੇ ਵਿੱਚ ਸ਼ੰਕਾ ਨਾ ਕਰੋ। ਜਦ ਤੁਸੀਂ ਮਨ ਬਣਾ ਹੀ ਲਿਆ ਹੈ ਆਪਣੀ ਕੰਨਿਆ ਵੇਚਣ ਦਾ, ਪੈਸੇ ਪੂਰੇ ਲਓ, ਘੱਟ ਕਿਉਂ ਲੈਂਦੇ ਹੋ, ਥੋੜੇ ਕਿਉਂ ਲੈਂਦੇ ਹੋ? ਸੁਨਹੁ ਚਾਹੇ ਮੁਝ ਅਵਰ ਨਾ ਕੋਏ। ਸਿੱਖ ਕਹਿਣ ਲੱਗਾ ਸ਼ਾਹੂਕਾਰ ਮੈਨੂੰ ਹੋਰ ਕੋਈ ਵੱਖਰੀ ਕੋਈ ਇੱਛਾ ਨਹੀਂ ਹੈ ਇਹ ਜੀ। ਜਾਚੇ ਜਿਤੇ ਦੇ ਜੇ ਸੋਏ। ਮੈਂ ਜਿੰਨੇ ਤੇਤੋਂ ਪੈਸੇ ਮੰਗਦਾ ਹੈ ਨਾ ਤੂੰ ਮੈਨੂੰ ਉਹਨੇ ਦੇ ਦੇ, ਹੋਰ ਕੋਈ ਗੱਲਬਾਤ ਇੱਧਰ ਉੱਧਰ ਲਈ ਨਹੀਂ ਮੇਰੇ ਨਾਲ ਕਰਨੀ। ਮੈਂ ਜੋ ਕਹਿ ਰਿਹਾ ਉਹ ਤੂੰ ਮੇਰਾ ਵਾਚਨ ਪੂਰਾ ਕਰ। ਅਸ ਕਹੇ ਲੈ ਤਬ ਸਹਿਸ ਹਟਾਏ। ਇਸ ਤਰ੍ਹਾਂ ਕਹਿ ਕੇ ਸਿੱਖ ਨੇ ਸ਼ਾਹੂਕਾਰ ਦੇ ਪਾਸੋਂ 250 ਰੁਪਈਆ ਲੈ ਲਿਆ। ਆਨ ਸਿੱਖ ਕੇ ਭੇਟ ਚੜਾਏ। ਉਹ 250 ਰੁਪਈਆ ਉਵੇਂ ਜਿਵੇਂ ਹੀ ਥੈਲੀ ਵਿੱਚ ਪਾਇਆ ਹੋਇਆ ਗੁਥਲੀ 'ਚ, ਜਿਹੜਾ ਸਿੱਖ ਭੇਜਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਉਸ ਨੂੰ ਦੇ ਦਿੱਤੇ। ਦੋਹਰਾ ਦੋਸੈ ਸਤਿਗੁਰ ਕੋ ਦਿਓ ਸਿੱਖ ਕੇ ਭੇਟ 50। ਇਸ ਤਰ੍ਹਾਂ ਕਹਿਣ ਲੱਗਾ ਸਿੱਖਾ ਆ 200 ਰੁਪਈਆ ਤੇ ਜੋ ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਹੈ ਉਹਨਾਂ ਨੂੰ ਸਾਡੀ ਭੇਟਾ ਕਰ ਦੇਣਾ। ਆ 50 ਰੁਪਈਏ ਸਿੱਖਾ ਤੂੰ ਸਾਡੇ ਘਰੇ ਆਇਆ, ਬੜੀ ਕਿਰਪਾ ਕੀਤੀ ਹੈ, ਤੇਰਾ ਸਾਡੇ ਘਰੇ ਆਉਣ ਦੀ ਦਰਸ਼ਨ ਭੇਟਾ ਜਿਹੜੀ ਹੈ ਉਹ ਇਹ 50 ਰੁਪਈਏ ਤੇਰੇ ਹਨ। ਕਰ ਭੋਜਨ ਬਿਸਮੈ ਪਇਓ ਚਲਿਓ ਗੁਰੂ ਕੇ ਪਾਸ। ਇਸ ਤਰ੍ਹਾਂ ਜਿਹੜਾ ਆਇਆ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਭੇਜਿਆ ਹੋਇਆ, ਉਹ ਬੜਾ ਹੈਰਾਨ ਹੋਇਆ ਸਾਰਾ ਕੌਤਕ ਦੇਖ ਕੇ, ਤੇ ਉਹ ਮਾਇਆ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਨੂੰ ਚੱਲ ਪਿਆ। ਚਾਉ ਪਏ ਮਗ ਮਹਿ ਪਏ ਦੁਪਹਿਰੇ ਜਾਵਹਿ। ਇਹ ਜਿਸ ਵੇਲੇ ਤੁਰਿਆ ਜਾਂਦਾ ਹੈ ਕਰਤਾਰਪੁਰ ਸਾਹਿਬ ਨੂੰ, ਰਸਤੇ ਦੇ ਵਿੱਚ ਗਰਮੀ ਬੜੀ ਹੋ ਗਈ, ਦੁਪਹਿਰਾਂ ਦਾ ਸਮਾਂ ਹੋ ਗਿਆ। ਪੇਖ ਇੱਕ ਸਾਧ ਬੈਠ ਗਇਓ ਤਬ ਹੈ। ਇੱਕ ਨਾ ਸਾਧੂ ਦੀ ਕੁਟੀਆ ਸੀ, ਚੰਗਾ ਛਾਂ ਦਾ ਪ੍ਰਬੰਧ ਹੈ, ਜਲ ਪਾਣੀ ਦਾ ਪ੍ਰਬੰਧ ਹੈ, ਸੋਹਣੀ ਜਗ੍ਹਾ ਦੇਖ ਕੇ ਸਿੱਖ ਉੱਥੇ ਬੈਠ ਗਿਆ। ਥਕਤ ਪਇਓ ਪਹੁੰਚਿਓ ਤਿਹ ਕਾਲਾ। ਇਸ ਤਰ੍ਹਾਂ ਥੱਕਿਆ ਟੁੱਟਿਆ ਦੁਪਹਿਰਾਂ ਨੂੰ ਉਹ ਮਹਾਂਪੁਰਸ਼ਾਂ ਦੀ ਕੁਟੀਆ ਦੇ ਵਿੱਚ ਚਲੇ ਗਿਆ। ਤਬ ਇੱਕ ਆਇਓ ਸ਼ਾਹ ਬਿਸਾਲਾ। ਤੇ ਕੀ ਦੇਖਿਆ, ਆਰਾਮ ਕਰ ਰਿਹਾ ਕਿ ਦਰਖਤ ਦੇ ਥੱਲੇ ਇੱਕ ਸ਼ਾਹੂਕਾਰ ਆਇਆ, ਬੜਾ ਮਾਇਆ ਧਾਰੀ। ਸੰਤ ਸਰੂਪ ਬਿਲੋਕ ਕਿਰਪਾਲਾ। ਉਹ ਸ਼ਾਹੂਕਾਰ ਨੇ ਦੇਖਿਆ ਵੀ ਸਾਧੂ ਬੈਠੇ ਹੋਏ ਐ, ਬੜੀ ਸੋਹਣੀ ਕੁਟੀਆ ਬਣਾਈ ਹੋਈ ਐ, ਛਾਂ ਵਾਲੇ ਫਲਦਾਰ ਫੁੱਲਦਾਰ ਬੂਟੇ ਲਾਏ ਹੋਏ ਐ, ਜਲ ਛਕਣ ਦਾ ਯਾਤਰੂਆਂ ਵਾਸਤੇ ਪ੍ਰਬੰਧ ਕੀਤਾ ਹੋਇਆ ਹੈਗਾ। ਭੇਟ ਚੜਾਇਓ ਇੱਕ ਦੁਸ਼ਾਲਾ। ਤੇ ਉਹਨਾਂ ਸ਼ਾਹੂਕਾਰ ਨੇ ਬੜਾ ਕੀਮਤੀ ਇੱਕ ਦੁਸ਼ਾਲਾ ਜਿਹੜਾ ਸੀਗਾ ਉਹਨਾਂ ਸੰਤਾਂ ਦੇ ਉੱਪਰ ਚੜਾ ਦਿੱਤਾ, ਭੇਟਾ ਕਰ ਦਿੱਤਾ। ਕੁਛ ਧਾਰ ਮਧੁਰ ਆਹਾਰ ਅਗਾਰੇ। ਤੇ ਨਾਲ ਕੁਛ ਮਠਿਆਈ ਸੀਗੀ ਸ਼ਾਹੂਕਾਰ ਦੇ ਪਾਸ, ਉਹਨਾਂ ਸਾਧੂਆਂ ਦੀ ਭੇਟਾ ਕਰ ਦਿੱਤੀ ਸ਼ੌਲ ਦੇ ਨਾਲ। ਬੰਧਨ ਕੇਨ ਭਾਉ ਧਾਰ ਪਾਰੇ। ਬੜੇ ਪਿਆਰ ਦੇ ਸਹਿਤ ਭਾਵਨਾ ਦੇ ਸਹਿਤ ਹੋ ਕੇ ਉਹ ਸ਼ਾਹੂਕਾਰ ਨੇ ਸੰਤਾਂ ਨੂੰ ਮੱਥਾ ਟੇਕਿਆ। ਦੇ ਕਰ ਭੇਟ ਸ਼ਾਹ ਸੋ ਗਇਓ। ਇਸ ਤਰ੍ਹਾਂ ਉਹ ਸ਼ਾਹੂਕਾਰ ਜਿਹੜਾ ਸੀਗਾ ਸੰਤਾਂ ਨੂੰ ਦੁਸ਼ਾਲਾ ਮਾਇਆ ਨਾਲ ਮਠਿਆਈ ਆਦਿਕ ਵਸਤੂਆਂ ਭੇਟਾ ਦੇ ਕੇ ਉਹ ਤਾਂ ਚਲਾ ਗਿਆ। ਇੱਕ ਪੰਥੀ ਤਬ ਆਵਤ ਪਇਓ। ਤੇ ਉਹਨਾਂ ਦੇ ਪਿੱਛੋਂ ਇੱਕ ਰਾਹਗੀਰ ਆਇਆ। ਤਹ ਤੇ ਲੀਨ ਉਚਾਏ ਦੁਸ਼ਾਲਾ। ਉਹ ਜਿਹੜਾ ਸ਼ਾਹੂਕਾਰ ਨੇ ਦੁਸ਼ਾਲਾ ਭੇਟਾ ਕੀਤਾ ਹੋਇਆ ਸੀਗਾ, ਜਿਹੜਾ ਮਗਰੋਂ ਰਾਹਗੀਰ ਆਇਆ ਮੁਸਾਫਰ ਆਇਆ, ਉਹਨੇ ਉਹ ਸੰਤਾਂ ਦਾ ਚੱਕ ਲਿਆ।
ਗਮਨ ਕੇਨ ਆਗੇ ਤਤ ਕਾਲਾ ਅਤੇ ਉਹ ਲੈ ਕੇ ਦੁਸ਼ਾਲਾ ਅੱਗੇ ਨੂੰ ਚੱਲ ਪਿਆ। ਦੋਹਰਾ ਸੰਤ ਨ ਬੋਲਿਓ ਕਛ ਤਬੈ ਜਾਣੇ ਉਬੈ ਸਮਾਨ। ਸੋ ਜਿਹੜੇ ਸ਼ਾਹੂਕਾਰ ਨੇ ਸੰਤਾਂ ਨੂੰ ਦੁਸ਼ਾਲਾ ਭੇਟਾ ਕੀਤਾ ਸੀ, ਮਠਿਆਈ ਭੇਟਾ ਕੀਤੀ ਸੀ, ਸੰਤਾਂ ਨੇ ਉਹਨਾਂ ਨੂੰ ਕੋਈ ਉਚੇਚੀ ਅਸੀਸ ਨਹੀਂ ਦਿੱਤੀ। ਜੇ ਚੋਰ ਚੱਕ ਕੇ ਲੈ ਗਿਆ ਤੇ ਸਾਧੂਆਂ ਨੇ ਉਹਨੂੰ ਕੋਈ ਬਦ ਸੀਸ ਨਹੀਂ ਦਿੱਤੀ ਵੀ ਤੇਰਾ ਬੇੜਾ ਗਰਕ ਹੋ ਜੇ, ਮੈਂ ਤਾਂ ਠੰਡ ਤੋਂ ਬਚਣ ਨੂੰ ਸ਼ਾਹੂਕਾਰ ਦੇ ਹਿਰਦੇ 'ਚ ਵਸ ਕੇ ਤੇ ਲਿਆ ਸੀ, ਤੂੰ ਚੱਕ ਕੇ ਲੈ ਚੱਲਿਆ। ਨਾ ਦੇਣ ਵਾਲੇ ਨੂੰ ਕੁਛ ਕਿਹਾ ਤੇ ਨਾ ਚੱਕ ਕੇ ਜਾਣ ਵਾਲੇ ਨੂੰ ਕੁਛ ਕਿਹਾ। ਉਹ ਸਾਧੂ ਮਸਤ ਹੀ ਆਪਣੇ ਸੁਭਾਅ ਦੇ ਅਨੁਸਾਰ ਸਿਮਰਨ ਭਜਨ ਵਿੱਚ ਲੱਗੇ ਰਹੇ। ਦੇਨ ਭਲਾ ਨਹਿ ਭਾਖਿਓ ਲੈਨ ਬੁਰਾ ਨਾ ਬਖਾਨ। ਦੇਣ ਵਾਲੇ ਨੂੰ ਭਲਾ ਨਹੀਂ ਕਿਹਾ ਤੇ ਜਿਹੜਾ ਚੋਰੀ ਕਰਕੇ ਲੈ ਗਿਆ ਉਹਨੂੰ ਬੁਰਾ ਨਹੀਂ ਕਿਹਾ ਸਾਧੂਆਂ ਨੇ। ਚਾਉ ਪਏ ਆਇਓ ਹਰਖ ਨ ਮਨ ਮੈਂ ਕੇਨੋ। ਆਏ ਹੋਏ ਵਸਤੂ ਦੀ ਕੋਈ ਖੁਸ਼ੀ ਨਹੀਂ ਕੀਤੀ ਸੰਤਾਂ ਨੇ ਵੀ ਸਾਡੇ ਪਾਸ ਇਹ ਦੁਸ਼ਾਲਾ ਆਇਆ ਹੈ, ਮਠਿਆਈ ਆਈ ਹੈ, ਮਾਇਆ ਆਈ ਹੈ। ਕੋਈ ਮਨ ਵਿੱਚ ਉਹਨਾਂ ਦੇ ਚਾਅ ਨਹੀਂ ਹੈ ਇਸ ਗੱਲ ਦਾ। ਗਇਓ ਜਬੈ ਔਰ ਸ਼ੋਕ ਨਾ ਚੇਨੋ। ਤੇ ਜਦੋਂ ਵਸਤੂਆਂ ਚੋਰੀ ਚਲੇ ਗਈਆਂ ਕੋਈ ਸੰਤਾਂ ਨੇ ਕੋਈ ਸੋਗ ਨਹੀਂ ਕੀਤਾ। ਆਏ ਦੀ ਖੁਸ਼ੀ ਮਨਾਈ ਤੇ ਗਏ ਦਾ ਕੋਈ ਸੋਗ ਨਹੀਂ ਮਨਾਇਆ ਹੈ। ਸਿੱਖ ਬੈਠਿਓ ਸਭ ਦੇਖ ਤਮਾਸ਼ਾ। ਇਹ ਜਿਹੜਾ ਸਿੱਖ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭੇਜਿਆ ਹੋਇਆ ਸੀਗਾ, ਜਿਹਦੇ ਮਨ ਵਿੱਚ ਸੰਸਾ ਹੈ, ਉਹਦਾ ਸੰਸਾ ਦੂਰ ਕਰਨ ਨੂੰ ਸਾਰੇ ਕੌਤਕ ਸਤਿਗੁਰੂ ਜੀ ਕਰ ਰਹੇ ਹੈ। ਇਹ ਇੱਕ ਦਰਖਤ ਥੱਲੇ ਬੈਠਾ ਹੋਇਆ ਸਾਰਾ ਕੌਤਕ ਦੇਖ ਰਿਹਾ ਸੀ। ਪੁਨ ਉਠ ਚਲਿਓ ਹੇਤ ਪ੍ਰਭ ਪਾਸਾ। ਤੇ ਉਪਰੰਤ ਸਾਰਾ ਕੌਤਕ ਦੇਖ ਕੇ ਦੁਪਹਿਰਾ ਢਲ ਗਿਆ ਤੇ ਇਹ ਵੀ ਚੱਲ ਕੇ ਰਸਤੇ ਪੈ ਗਿਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਪੰਥ ਚਾਲਤ ਭਾ ਸੰਧਿਆ ਕਾਲਾ। ਇਸ ਤਰ੍ਹਾਂ ਸੰਗਤ ਜੀ ਉਹ ਡੇਰਿਓਂ ਚੱਲਿਆ ਹੈ ਤੇ ਚਲਦਿਆਂ ਰਸਤੇ ਵਿੱਚ ਸੰਧਿਆ ਦਾ ਸਮਾਂ ਹੋ ਗਿਆ, ਦਿਨ ਛਿਪਣ ਤੇ ਆ ਗਿਆ। ਨਿਕਟ ਨਾ ਗ੍ਰਾਮ ਉਜਾੜ ਬਿਸਾਲਾ। ਜੰਗਲ ਦਾ ਇਲਾਕਾ ਰਸਤਾ ਹੈ, ਕੋਈ ਲਾਗੇ ਪਿੰਡ ਪੀੜ ਆਦਿਕ ਨਹੀਂ ਹੈ। ਤਾਰੇ ਬਿਰਖ ਕਾ ਕਿਨੋ ਡੇਰਾ। ਇਹ ਜਿਹੜਾ ਸਿੱਖ ਸੀਗਾ ਇਸ ਨੇ ਇੱਕ ਦਰਖਤ ਦੇ ਥੱਲੇ ਡੇਰਾ ਕਰ ਲਿਆ। ਖਗ ਨਰ ਨਾਰੀ ਤਹਾਂ ਬਸੇਰਾ। ਤੇ ਉਹ ਜਿਸ ਦਰਖਤ ਥੱਲੇ ਡੇਰਾ ਕੀਤਾ ਨਾ ਇਸ ਨੇ, ਉਹਦੇ ਉੱਤੇ ਦੋ ਪੰਛੀ ਰਹਿੰਦੇ ਸੀ, ਕਬੂਤਰ ਤੇ ਕਬੂਤਰੀ। ਚਾਰ ਘਟੇ ਬੇਤੇ ਜਬ ਰਹਿਣਾ। ਜਦ 4 ਘੜੀਆਂ ਰਾਤ ਬਤੀਤ ਹੋ ਗਈ, ਪੰਖ ਨੇ ਪੰਖੇ ਸੋ ਕਹਿ ਬੈਨਾ। ਉਹ ਜਿਹੜੀ ਕਬੂਤਰੀ ਸੀ ਨਾ, ਉਹ ਕਬੂਤਰ ਨੂੰ ਕਹਿਣ ਲੱਗੀ, ਆਇਓ ਅਥਿਤ ਹਮਾਰ ਅਗਾਰਾ। ਕਹਿਣ ਲੱਗੀ ਵੀ ਦੇਖੋ ਸਵਾਮੀ ਜੀ, ਆਪਣੇ ਘਰੇ ਅਤਿਥੀ ਆਇਆ ਹੋਇਆ ਹੈ, ਪ੍ਰਾਹੁਣਾ ਆਇਆ ਹੋਇਆ ਹੈ। ਇਸ ਕੋ ਦੇਨੋ ਬਨ ਆਹਾਰਾ। ਤੇ ਇਸ ਵਾਸਤੇ ਗ੍ਰਸਥ ਧਰਮ ਦਾ ਇਹ ਧਰਮ ਬਣਦਾ ਗ੍ਰਸਤੀਆਂ ਦਾ। ਉਹਨਾਂ ਦੇ ਘਰੇ ਕੋਈ ਅਤਿਥੀ ਆ ਜਾਵੇ, ਰਾਹਗੀਰ ਆ ਜਾਵੇ, ਮਹਿਮਾਨ ਆ ਜਾਵੇ, ਉਹਨੂੰ ਭੋਜਨ ਛਕਾਉਣਾ। ਆਸ ਕਾਹੇ ਪੁਰ ਕੋ ਲੈਨ ਉਡਾਰੇ। ਤੇ ਇਹ ਜਿਸ ਵੇਲੇ ਬਾਚਨ ਸੁਣੇ ਤੇ ਕਬੂਤਰ ਨੇ ਉਡਾਰੀ ਲਾਈ। ਆਨੇ ਅਗਨੇ ਚੋਂਚ ਮਜਾਰੇ। ਤੇ ਜੰਗਲ ਦੇ ਵਿੱਚ ਬੱਕਰੀਆਂ ਵਾਲੇ ਉਜਾਲੀ ਨੇ ਬੱਕਰੀਆਂ ਬਿਠਾਈਆਂ ਹੋਈਆਂ ਸੀਗੀਆਂ, ਉਹਨੇ ਅੱਗ ਜਲਾਈ ਹੋਈ ਹੈ ਬੱਕਰੀਆਂ ਦੇ ਪਾਸ। ਉਹ ਕਬੂਤਰ ਨੇ ਜਿਵੇਂ ਕਿਵੇਂ ਕੋਈ ਜਲਦੀ ਹੋਈ ਥੋੜੀ ਜਿਹੀ ਟਹਿਣੀ ਇਹ ਜਿਹੀ ਫੜੀ, ਜਿਹਨੂੰ ਇੱਕ ਪਾਸੇ ਕੋਲਾ ਸੀ ਇੱਕ ਪਾਸੇ ਨਹੀਂ ਸੀ, ਚੁੰਝ ਵਿੱਚ ਪਕੜ ਕੇ ਜਿਉਂ ਲਾਈ ਉਡਾਰੀ। ਦਏ ਸਿੱਖ ਕੋ ਤਤ ਛਿਨ ਲਿਆਏ। ਉਹ ਅੱਗ ਦੀ ਚੰਗਿਆੜੀ ਛੋਟੀ ਜੀ ਟਹਿਣੀ ਮਚਦੀ ਹੋਈ ਸਿੱਖ ਦੇ ਪਾਸ ਲਿਆ ਕੇ ਕਬੂਤਰ ਨੇ ਰੱਖ ਦਿੱਤੀ। ਤਿਰਣ ਚੋਣ ਪੰਖੇ ਕਰ ਇਕਠਾਏ। ਉਪਰੰਤ ਕੱਖ ਇਕੱਠੇ ਕੀਤੇ ਸੁੱਕੇ ਉਸ ਕਬੂਤਰ ਨੇ। ਅਗਨ ਜਗਾਏ ਸਿੱਖ ਨਾ ਜਬਹਿ। ਤੇ ਉਹ ਕੱਖ ਜਿਹੜੇ ਜਦ ਲਾਗੇ ਆਏ ਸਿੱਖ ਦੇ, ਸਿੱਖ ਸਮਝ ਗਿਆ ਵੀ ਇਹ ਤਾਂ ਮੇਰੇ ਵਾਸਤੇ ਯਾਰ ਹੋ ਰਿਹਾ। ਕੱਖਾਂ ਨੂੰ ਇਕੱਠਿਆਂ ਕਰਕੇ ਉਹ ਜਲਦੀ ਹੋਈ ਨਿੱਕੀ ਜੀ ਜਿਹੜੀ ਤੀਲੀ ਸੀਗੀ ਉਹ ਸੁੱਕੇ ਕੱਖਾਂ ਵਿੱਚ ਲਾਈ, ਅੱਗ ਮੱਚ ਗਈ। ਹੋਰ ਟਹਿਣੀਆਂ ਇਕੱਠੀਆਂ ਕਰਕੇ ਨਾਲ ਲਾ ਲਈਆਂ। ਜਦ ਅੱਗ ਜੋਰਾਂ ਦੀ ਹੋ ਗਈ ਗਿਰ ਕੈ ਪਰੇ ਬਹਿੰਗਨ ਤਬਹਿ। ਤਾਂ ਉਹ ਕਬੂਤਰੀ ਜਿਹੜੀ ਸੀ ਨਾ, ਉਹ ਨਿਆਲ ਨੇ ਵਿੱਚੋਂ ਛਾਲ ਮਾਰੀ ਅੱਗ ਦੇ ਵਿੱਚ। ਤੈਸ ਪਛਾਤ ਬਹਿੰਗ ਗਿਰ ਪਰਿਓ। ਇਸੇ ਤਰ੍ਹਾਂ ਕਬੂਤਰੀ ਮਰਨ ਤੋਂ ਬਾਅਦ, ਅੱਗ ਵਿੱਚ ਸੜਨ ਤੋਂ ਬਾਅਦ
ਨਾਲ ਦੀ ਨਾਲ ਹੀ ਕਬੂਤਰ ਨੇ ਛਾਲ ਮਾਰ ਦਿੱਤੀ ਉਸ ਅੱਗ ਵਿੱਚ। ਹੋ ਤੋ ਭੁਖ ਯੋਤ ਭੋਜਨ ਕਰਿਓ। ਉਹ ਭੁੱਖਾ ਸੀਗਾ, ਸਾਰਾ ਦਿਨ ਹੋ ਗਏ ਸਫ਼ਰ ਕਰਦੇ ਨੂੰ। ਕਬੂਤਰ ਤੇ ਕਬੂਤਰੀ ਦੋਵਾਂ ਨੂੰ ਉਹਨੇ ਅੱਗ ਵਿੱਚ ਭੁੰਨ ਕੇ ਖਾ ਲਿਆ। ਪੂਰਵ ਜਨਮ ਪੰਖ ਧਾਰ ਜੋਏ। ਕਹਿਣ ਲੱਗੇ ਜਿਹੜੇ ਪੰਛੀ ਸੀ ਨਾ ਦੋਨੋਂ ਹੀ, ਕਬੂਤਰ ਤੇ ਕਬੂਤਰੀ, ਗੁਰ ਕੇ ਸਿੱਖ ਸਿੱਖਣੇ ਸੋਏ। ਇਹ ਸਿੱਖ ਤੇ ਸਿੱਖਣੀ ਸੀ ਪੂਰਵ ਜਨਮ ਦੇ ਵਿੱਚ, ਤੇ ਕਿਸੇ ਵੇਲੇ ਕਈ ਗਲਤੀਆਂ ਹੋ ਜਾਂਦੀਆਂ, ਜਨਮ ਧਾਰਨਾ ਪਿਆ ਇਹਨਾਂ ਨੂੰ ਕਬੂਤਰ ਕਬੂਤਰੀ ਦਾ। ਕਿਸੋ ਦੋਸ਼ ਤੇ ਖਾਗ ਤਨ ਪਾਇਓ। ਕਿਉਂਕਿ ਜੀਵਨ ਹੈ, ਜੀਵਨ ਦੇ ਵਿੱਚ ਚਲਦਿਆਂ ਚਲਦਿਆਂ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਉੱਚਾ ਨੀਵਾਂ ਹੋ ਜਾਂਦਾ ਹੈਗਾ, ਜਿਹਦਾ ਪਛਤਾਤਾਪ ਮੁੜ ਕੇ ਜੀਵਨ ਭਰ ਲੱਗਾ ਰਹਿੰਦਾ ਹੈ। ਜਿਸ ਕਾਰਨ ਕਰਕੇ ਸਿੱਖ ਸਿੱਖਣੀ ਨੂੰ ਦੋਨਾਂ ਨੂੰ ਹੀ ਕਬੂਤਰ ਕਬੂਤਰੀ ਦਾ ਜਨਮ ਪ੍ਰਾਪਤ ਹੋਇਆ, ਗਲਤੀ ਕਰਕੇ, ਕੋਈ ਭੁੱਲ ਕਰਕੇ। ਪਰ ਉਪਕਾਰ ਹੇਤ ਛੁਟਕਾਇਓ। ਪਰ ਇਹ ਪਰਉਪਕਾਰ ਹੈ ਸਾਧ ਸੰਗਤ ਜੀ। ਪਰਉਪਕਾਰ ਜਿਹੜਾ ਕਿਸੇ ਦੇ ਵਾਸਤੇ ਕਰਨਾ ਹੈ ਉਹਨੂੰ ਪਰਉਪਕਾਰ ਕਿਹਾ। ਉਪਕਾਰ ਕਿਸੇ ਦਾ ਭਲਾ ਕਰਨਾ, ਆਪਣਾ ਕੋਈ ਸਵਾਰਥ ਨਾ ਹੋਵੇ। ਅੱਜ ਕੱਲ੍ਹ ਤੇ ਪਰਉਪਕਾਰ ਇਹੋ ਜਿਹੇ ਹੁੰਦੇ ਆ, ਦੋ ਕੌਮਾਂ ਨੂੰ, ਦੋ ਬਰਾਦਰੀਆਂ ਨੂੰ ਲੜਾ ਕੇ ਤੇ ਆਪਣਾ ਭਲਾ ਕਰ ਲੈਣਾ, ਦੋ ਨੂੰ ਲੜਦਿਆਂ ਨੂੰ ਹਟਾਉਣਾ, ਉਹਨਾਂ ਨੂੰ ਸ਼ਾਂਤ ਕਰਨਾ, ਉਹਨਾਂ ਦੇ ਜਿਸ ਤਰ੍ਹਾਂ ਵੀ ਹੋਵੇ ਭਲਾ ਕਰਨਾ, ਇਹ ਪਰਉਪਕਾਰ ਹੈ। ਲੜਾ ਕੇ ਮਰਵਾਉਣਾ ਕੋਈ ਪਰਉਪਕਾਰ ਨਹੀਂ ਹੈ ਆਪਣੇ ਸਵਾਰਥ ਵਾਸਤੇ। ਪਰਉਪਕਾਰ ਦਾ ਸਾਰਿਆਂ ਤੋਂ ਵੱਡਾ ਪੁੰਨ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਹੀ ਨਹੀਂ, ਸਾਰੀ ਦੁਨੀਆ ਨੂੰ ਕਰਕੇ ਦਿਖਾਤਾ। ਉਹ ਚਾਂਦਨੀ ਦਾ ਚੌਂਕ ਦਿੱਲੀ ਵਿੱਚ ਅੱਜ ਵੀ ਇਹ ਗਵਾਹੀ ਭਰ ਰਿਹਾ, ਜਿੱਥੇ ਸਤਿਗੁਰਾਂ ਨੇ ਉਹ ਪਰਉਪਕਾਰ ਕੀਤਾ ਸੀ, ਤੇ ਜਿਹਦੇ ਬਚਨ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਵਿੱਚ ਦਰਜ ਕਰ ਦਿੱਤੇ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂਮੇ ਸਾਕਾ। ਧਰਮ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਐਸੇ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ। ਸੋ ਇਹ ਜਿਹੜਾ ਜੋੜਾ ਸੀਗਾ ਕਬੂਤਰ ਕਬੂਤਰੀ ਦਾ, ਕੋਈ ਭੁੱਲ ਹੋ ਗਈ ਗੁਰਸਿੱਖ ਸਨ, ਜਿਸ ਕਰਕੇ ਇਹਨਾਂ ਨੂੰ ਇਹ ਪੰਛੀ ਦਾ ਜਨਮ ਧਾਰਨਾ ਪਿਆ, ਤੇ ਗੁਰਾਂ ਦੀ ਕਿਰਪਾ ਹੋ ਗਈ। ਫਿਰ ਇਹਨਾਂ ਦਾ ਪਾਰ ਉਤਾਰਾ ਹੋ ਗਿਆ ਪਰਉਪਕਾਰ ਕਰਨ ਕਰਕੇ, ਆਪਣਾ ਸਰੀਰ ਦੂਏ ਵਾਸਤੇ। ਸੌ ਸਾਖੀ ਦੇ ਵਿੱਚ ਵੀ ਸੰਗਤ ਜੀ ਇਹ ਸਾਖੀ ਆਉਂਦੀ ਹੈ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ। ਨੰਦ ਸਿੰਘ ਨਾਮ ਦਾ ਇੱਕ ਸਿੰਘ ਸੀਗਾ, ਤੇ ਉਹ ਕਹਿਣ ਲੱਗਾ, ਮਹਾਰਾਜ ਮੈਨੂੰ ਦੱਸੋ ਵਿਆਹ ਕਰਾਵਾਂ ਕਿ ਬਿਹੰਗਮ ਹੀ ਰਵਾਂ ਮੈਂ। ਮਹਾਰਾਜ ਕਹਿਣ ਲੱਗੇ, ਨੌਵੇਂ ਗੁਰਾਂ ਦੇ ਨਾਲ ਤੂੰ ਸਿੰਘ ਸੀਗਾ, ਸਿੱਖ ਸੀਗਾ। ਗੁਰਾਂ ਨੇ ਕਿਹਾ ਉੱਠ ਕੇ ਘੋੜੇ ਨੂੰ ਘਾਹ ਪਾ। ਤੂੰ ਕਿਹਾ ਜੀ ਪਾਇਆ, ਝੂਠ ਹੀ ਬੋਲ ਦਿੱਤਾ ਸੀ। ਤੇ ਉਸ ਵੇਲੇ ਗੁਰਾਂ ਨੇ ਕਿਹਾ ਸੀ ਤੂੰ ਸਾਡਾ ਬਚਨ ਨਹੀਂ ਮੰਨਿਆ, ਘੋੜਾ ਨਹੀਂ ਸੰਭਾਲ ਸਕਦਾ ਇੱਕ, ਤੇ ਪਰਿਵਾਰ ਕਿੱਥੋਂ ਸੰਭਾਲੇਗਾ? ਉਦੋਂ ਤੋਂ ਹੀ ਤੂੰ ਗ੍ਰਸਤ ਤੋਂ ਡਰਦਾ ਭੱਜਾ ਫਿਰਦਾ। ਫਿਰ ਮਹਾਰਾਜ ਨੇ ਆਹ ਸਾਖੀ ਸੁਣਾਈ ਸੀ ਸਾਰੀ ਕਬੂਤਰ ਕਬੂਤਰੀ ਵਾਲੀ, ਤੇ ਸੌ ਸਾਖੀ ਵਿੱਚ ਵੀ ਇਹ ਸਾਖੀ ਆਉਂਦੀ ਹੈ। ਰਹੋ ਵਿਚਾਰ। ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਕਬੂਤਰ ਕਬੂਤਰੀ ਦਾ ਜਨਮ ਚ ਮਰਨ ਜਿਹੜਾ ਹੈ ਕੱਟ ਦਿੱਤਾ। ਦੋਹਰਾ ਸ਼੍ਰੀ ਪ੍ਰਭ ਤਿਨ ਕੋ ਗਤ ਦਏ ਭੋਰ ਭਈ ਜਬ ਆਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ, ਕਿਰਪਾ ਕੀਤੀ, ਮਹਾਂ ਮੁਕਤੀ ਦੀਆਂ ਦਾਤਾਂ ਇਹਨਾਂ ਨੂੰ ਕਬੂਤਰ ਕਬੂਤਰੀ ਨੂੰ ਬਖਸ਼ੀਆਂ। ਜਦ ਦਿਨ ਚੜਿਆ ਸਭ ਬੇਦ ਆਚਾਰਜ ਦੇਖ ਕੈ ਚਲਿਓ ਪੰਥ ਤਬ ਤਾਏ। ਇਹ ਜਿਹੜਾ ਸਿੱਖ ਸੀਗਾ ਜਿਹਨੇ ਗੁਰਾਂ ਨੂੰ ਪ੍ਰਸ਼ਨ ਕੀਤਾ ਸੀ, ਮਹਾਰਾਜ ਸਿੱਖ ਸਜਾਂ, ਫਕੀਰ ਰਹਾਂ ਜਾਂ ਵਿਆਹ ਕਰਾ ਲਵਾਂ। ਮਹਾਰਾਜ ਕਹਿੰਦੇ ਸਾਡਾ ਕੰਮ ਕਰਕੇ ਆ, ਫਿਰ ਤੈਨੂੰ ਦੱਸਾਂਗੇ। ਦਿਨ ਚੜੇ ਤੇ ਚੱਲ ਪਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਛਾਉ ਪਏ ਪਹੁੰਚਿਓ ਪੁਰ ਕਰਤਾਰ ਮਝਾਰੇ। ਚਲਦਾ ਚਲਦਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਗਿਆ। ਸਰਵਦਾਰ ਵਤਾਰ ਗੁਰੂ ਅਗਾਰੇ। ਉਹ ਜਿਹੜੀ ਮਾਇਆ ਦਿੱਤੀ ਹੋਈ ਸੀ ਗੁਰਮੁਖ ਪਰਿਵਾਰ ਨੇ, ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤੀ। ਹਾਥ ਜੋੜ ਕੈ ਬੰਧਨ ਕੀਨੇ। ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੇ। ਲੈਨ ਉਪਦੇਸ਼ ਜਾਸ ਮਾਤ ਭੇਨੇ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਤੋਂ ਉਪਦੇਸ਼ ਗ੍ਰਹਿਣ ਕਰਨ ਵਾਸਤੇ ਬੇਨਤੀ ਕੀਤੀ। ਬੋਲੇ ਪ੍ਰਭੂ ਨਿਸ਼ਾ ਤਵ ਹੋਏ। ਗਰੀਬ ਨਿਵਾਜ ਕਹਿਣ ਲੱਗੇ ਕਿਉਂ ਭਾਈ, ਤੇਰੀ ਨਿਸ਼ਾ ਹੋਈ ਕਿ ਨਹੀਂ ਹੋਈ, ਤਸੱਲੀ ਹੋਈ ਕਿ ਨਹੀਂ ਹੋਈ, ਸੈਂਸਾ ਚੁੱਕਿਆ ਕਿ ਨਹੀਂ ਤੇਰਾ ਮਨ ਦਾ? ਪ੍ਰਥਮ ਆਇ ਕਾ ਬੋਝਿਓ ਜੋਏ। ਕਿਉਂਕਿ ਤੂੰ ਪੁੱਛਿਆ ਸੀ ਆਣ ਕੇ ਮੈਂ ਸਿੱਖ ਬਣ ਜਾਵਾਂ, ਗ੍ਰਸਤ ਧਾਰਨ ਕਰ ਲਵਾਂ ਜਾਂ ਫਕੀਰ ਹੋ ਜਾਵਾਂ, ਉਹ ਤੇਰੇ ਮਨ ਦੀ ਤਸੱਲੀ ਹੋਈ ਕਿ ਨਹੀਂ ਹੋਈ?
ਕਹੈ ਸਿੱਖ ਮੈਂ ਕਛੁ ਨਾ ਜਾਣਾ। ਉਹ ਕਹਿਣ ਲੱਗਾ ਮਹਾਰਾਜ ਮੈਨੂੰ ਤੇ ਕੋਈ ਸਮਝ ਨਹੀਂ ਲੱਗੀ ਹੈ। ਸਮਝਾਵੋ ਅਬ ਕਰੋ ਬਖਾਨੋ। ਇਹ ਮਹਾਰਾਜ ਕਿਰਪਾ ਕਰੋ ਮੈਨੂੰ ਸੁਮਤ ਦੇਵੋ ਉਪਦੇਸ਼ ਬਖਸ਼ਿਸ਼ ਕਰੋ, ਬੋਲ ਕੇ ਦੱਸੋ ਮੈਨੂੰ ਐ ਨਹੀਂ ਪਤਾ ਲੱਗਿਆ। ਦੋਹਰਾ ਸ਼੍ਰੀ ਪ੍ਰਭ ਬੋਲੇ ਸਿੱਖ ਤੈ ਜੈਸੋ ਦੇਖਿਓ ਜਾਏ। ਗਰੀਬ ਨਵਾਜ ਕਹਿਣ ਲੱਗੇ ਸਿੱਖਾ ਤੈਨੂੰ ਅਸਾਂ ਨੇ ਭੇਜਿਆ ਸੀ ਗੁਰਸਿੱਖ ਪਰਿਵਾਰ ਦੇ ਪਾਸ, ਤੇ ਤੂੰ ਉਹ ਗੁਰਸਿੱਖਾਂ ਦਾ ਪਰਿਵਾਰ ਦੇਖਿਆ ਹੈ। ਗੁਰ ਕੋ ਸਰਬਸ ਜਾਣ ਕੈ ਸੁਤਾ ਬੇਜ ਤਨ ਲਿਆਏ। ਉਹਨਾਂ ਗੁਰਸਿੱਖਾਂ ਨੇ ਸਾਰਾ ਕੁਝ ਗੁਰੂ ਦਾ ਜਾਣ ਕੇ, ਘਰ ਪਰਿਵਾਰ ਧੀਆਂ ਪੁੱਤਰ ਗੁਰੂ ਦਾ ਜਾਣ ਕੇ ਆਪਣੀ ਕੰਨਿਆ ਨੌਜਵਾਨ ਵੇਚ ਕੇ ਸ਼ਾਹੂਕਾਰ ਦੇ ਪਾਸ ਗੁਰੂ ਦੇ ਨਿਮਿਤ ਮਾਇਆ ਭੇਟਾ ਕੀਤੀ। ਛਾਉ ਪਏ ਸਿੱਖ ਹੋਨ ਜੇ ਮਨ ਲਲਚਾਵੈ। ਜੇ ਤੇਰਾ ਮਨ ਕਰਦਾ ਹੈ ਨਾ ਕਿ ਮੈਂ ਨਿਰੰਕਾਰ ਬਾਬੇ ਦਾ ਸਿੱਖ ਬਣ ਜਾਵਾਂ, ਤਿਸ ਸਾਮ ਬਨਹੁ ਪਰਮਗਤ ਪਾਵੈ। ਤਾਂ ਫਿਰ ਉਹ ਗੁਰੂ ਕਾ ਸਿੱਖ ਪਰਿਵਾਰ ਜਿਨ੍ਹਾਂ ਆਪਣੀ ਕੰਨਿਆ ਵੇਚ ਕੇ ਤੈਨੂੰ ਮਾਇਆ ਦਿੱਤੀ ਹੈ, ਉਹੋ ਜਿਹਾ ਸਿੱਖ ਬਣਨਾ ਪਵੇਗਾ ਤੈਨੂੰ। ਜੇ ਤੂੰ ਚਾਹਤ ਕਰਨ ਫਕੀਰੇ। ਤੇ ਜੇ ਫਕੀਰ ਰਹਿਣਾ ਚਾਹੁੰਦਾ ਹੈ ਔਰ ਤੇ ਤਜਹੁ ਹਰਖ ਦਿਲ ਗੇਰੇ। ਤਾਂ ਫਿਰ ਗਮੀ ਤੇ ਖੁਸ਼ੀ ਦੋਵੇਂ ਤਿਆਗ ਦੇ। ਕੋਈ ਵਸਤੂ ਆ ਗਈ ਤੇ ਖੁਸ਼ ਨਹੀਂ ਜ਼ਿਆਦਾ ਹੋ ਜਾਣਾ, ਆਪੇ ਤੋਂ ਬਾਹਰ ਨਹੀਂ ਹੋ ਜਾਣਾ। ਚਲੇ ਗਈ ਤੇ ਪਾਗਲਾਂ ਵਾਂਗੂ ਰੋਂਦੇ ਨਹੀਂ ਫਿਰਨਾ। ਸੰਬਿਰਤੀ ਤੈਨੂੰ ਹੋਣਾ ਪਵੇਗਾ, ਇੱਕੋ ਜਿਹਾ ਸੁਭਾਅ ਰੱਖਣਾ ਪਵੇਗਾ। ਪੰਥ ਬਿਖਾ ਦੇਖਿਓ ਸੰਤ ਜੈਸਾ। ਗਰੀਬ ਨਵਾਜ ਕਹਿਣ ਲੱਗੇ ਭਾਈ ਜਿਵੇਂ ਤੂੰ ਰਸਤੇ ਦੇ ਵਿੱਚ ਸਾਧੂ ਮਹਾਪੁਰਸ਼ ਦੇਖੇ, ਕਰ ਸਮਾਨ ਬਿਰਤੇ ਹਵੈ ਤੈਸਾ। ਤੇ ਆਪਣੀ ਬਿਰਤੀ ਨੂੰ ਤੂੰ ਉਹਨਾਂ ਵਰਗੀ ਬਣਾ ਲਾ। ਜੇ ਸਾਧੂ ਬਣਨਾ ਚਾਹੁੰਦਾ ਹੈ, ਤੇਰੇ ਮਨ ਵਿੱਚ ਹੈ ਭਈ ਮੈਂ ਫਕੀਰ ਹੀ ਬਣ ਜਾਵਾਂ, ਫਿਰ ਉਹਨਾਂ ਵਰਗਾ ਬਣ। ਪਾਏ ਪਦਾਰਥ ਹਰਖ ਨਾ ਕੀਨਾ। ਆਏ ਹੋਏ ਵਸਤੂ ਦੀ ਕੋਈ ਖੁਸ਼ੀ ਨਹੀਂ ਮਨਾਉਣੀ ਕਿਸੇ ਪ੍ਰਕਾਰ। ਗਇਓ ਪਾਸ ਤੇ ਸ਼ੋਕ ਨਾ ਕੀਨਾ। ਅਤੇ ਜੇ ਚਲੇ ਜਾਵੇ ਤੇ ਉਹਦਾ ਦੁੱਖ ਨਹੀਂ ਮਨਾਉਣਾ। ਇਹ ਗੁਰੂ ਕੀ ਮਰਜ਼ਾਦਾ ਹੈ ਸਾਧ ਸੰਗਤ ਜੀ। ਛੇਵੇਂ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਸਾਹਿਬ ਨੇ ਜਦ ਸਰੀਰ ਤਿਆਗਿਆ ਤੇ ਸਤਿਗੁਰਾਂ ਦੇ ਰਿਸ਼ਤੇਦਾਰ ਵੈਰਾਗ ਕਰਨ ਲੱਗੇ। ਉਸ ਵੇਲੇ ਸਤਿਗੁਰਾਂ ਨੇ ਆਪਣੇ ਸਾਂਢੂ ਨੂੰ ਇਹ ਬਚਨ ਕੀਤੇ ਸੀ। ਕਹਿਣ ਲੱਗੇ ਇੱਥੇ ਲਕੀਰਾਂ ਖਿੱਚੋ ਧਰਤੀ ਤੇ। ਲਕੀਰਾਂ ਖਿੱਚੀਆਂ, ਮਹਾਰਾਜ ਕਹਿੰਦੇ ਮਿਟਾ ਦੇਵੋ। ਮਿਟਾਤੀਆਂ। ਮਹਾਰਾਜ ਕਹਿਣ ਲੱਗੇ ਭਾਈ ਜਦ ਤੁਸੀਂ ਲਕੀਰਾਂ ਖਿੱਚੀਆਂ ਕੋਈ ਖੁਸ਼ੀ ਕਿੰਨੀ ਕੁ ਹੋਈ? ਮਹਾਰਾਜ ਕੋਈ ਲਕੀਰਾਂ ਖਿੱਚਣ ਦੀ ਕਾਹਦੀ ਖੁਸ਼ੀ, ਜਦ ਮਿਟਾਈਆਂ ਤਦੋਂ ਗਮੀ। ਕਹਿੰਦੇ ਮਹਾਰਾਜ ਗਮੀ ਵੀ ਕੋਈ ਨਹੀਂ ਹੋਈ। ਹਜ਼ੂਰ ਕਹਿਣ ਲੱਗੇ ਬਸ ਇਹੀ ਹੈ ਬਿਰਤੀ। ਆਈ ਹੋਈ ਵਸਤੂ ਦੀ ਖੁਸ਼ੀ ਨਹੀਂ ਕਰਨੀ, ਗਈ ਦੀ ਦੁੱਖ ਨਹੀਂ ਮਨਾਉਣਾ ਹੈ। ਇਹ ਫਕੀਰੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਿੱਖਾ ਜੇ ਤੇ ਸਿੱਖ ਬਣਨਾ ਹੀ ਉਹ ਗੁਰਮੁਖ ਪਰਿਵਾਰ ਵਰਗਾ ਜਿਨ੍ਹਾਂ ਨੇ ਆਪਣੀ ਕੰਨਿਆ ਵੇਚ ਕੇ ਇਹ ਮਾਇਆ ਭੇਜੀ। ਜੇ ਫਕੀਰ ਬਣਨਾ ਹੈ ਉਸ ਫਕੀਰ ਵਰਗਾ ਜਿਹਨੂੰ ਕੀਮਤੀ ਦਿਸ਼ਾਲੇ ਮਠਿਆਈਆਂ ਸ਼ਾਹੂਕਾਰ ਮਾਇਆ ਦੇ ਗਿਆ, ਮਗਰੋਂ ਚੋਰ ਆਇਆ ਸਾਰਾ ਕੁਝ ਚੱਕ ਕੇ ਲੈ ਗਿਆ। ਦੇਣ ਵਾਲੇ ਨੂੰ ਅਸੀਸਾਂ ਨਹੀਂ ਦਿੱਤੀਆਂ, ਚੱਕਣ ਵਾਲੇ ਨੂੰ ਬਦਸੀਸਾਂ ਨਹੀਂ ਦਿੱਤੀਆਂ, ਗਾਲੀਆਂ ਨਹੀਂ ਦਿੱਤੀਆਂ। ਜੇ ਫਕੀਰ ਹੋਣਾ ਹੈ ਤੇ ਫਿਰ ਇਹ ਜਿਹਾ ਫਕੀਰ ਬਣਨਾ ਪਵੇਗਾ ਤੈਨੂੰ। ਗ੍ਰਹਸਥ ਧਰਮ ਚਾਹਤ ਜੇ ਕਰਨਾ। ਤੇ ਜੇ ਤੂੰ ਗ੍ਰਸਥ ਧਰਮ ਜਿਹੜਾ ਧਾਰਨ ਕਰਨਾ ਚਾਹੁੰਦਾ ਹੈ ਤਾ ਪੰਖੇ ਜਿਉ ਕਰਹੁ ਆਚਰਨਾ। ਤਾਂ ਫਿਰ ਤੇਰਾ ਆਚਰਨ ਜਿਹੜਾ ਹੈ ਉਹ ਨਾ ਪੰਛੀ ਵਰਗਾ ਹੋਣਾ ਚਾਹੀਦਾ, ਕਬੂਤਰ ਕਬੂਤਰੀ ਵਰਗਾ। ਗ੍ਰਸਥ ਧਰਮ ਨੂੰ ਨਿਭਾਉਣ ਵਾਸਤੇ ਆਪਾ ਵੀ ਕੁਰਬਾਨ ਕਰਨਾ ਪੈ ਜਾਵੇ ਤੇ ਉਹ ਵੀ ਘੱਟ ਹੈ। ਹੇਤ ਅਤਿਥ ਕੇ ਦੁਖ ਨਾ ਵਿਚਾਰਿਓ। ਕੋਈ ਦੁੱਖ ਨਹੀਂ ਵਿਚਾਰਿਆ ਉਹਨਾਂ ਨੇ। ਤੈਨੂੰ ਦੇਖਿਆ ਵੀ ਸਾਡੇ ਘਰੇ ਅਤਿਥੀ ਆਇਆ ਹੈ, ਰਾਹਗੀਰ ਆਇਆ ਹੈ, ਮਹਿਮਾਨ ਆਇਆ ਹੈ, ਉਹਨਾਂ ਆਪਣੇ ਸਰੀਰ ਦੀ ਕੁਰਬਾਨੀ ਦੇ ਦਿੱਤੀ ਆਪਣਾ ਗ੍ਰਸਥ ਧਰਮ ਨਿਭਾਉਣ ਵਾਸਤੇ। ਖੇਨ ਮਹੇ ਨਿਜ ਸਰੀਰ ਪਰ ਹਰਿਓ। ਕੋਈ ਬਹੁਤਾ ਸਮਾਂ ਨਹੀਂ ਲਾਇਆ, ਇੱਕ ਛਿਣ ਮਾਤਰ ਦੇ ਵਿੱਚ ਤੇਰੀ ਉਹਨਾਂ ਮਦਦ ਕੀਤੀ, ਤੈਨੂੰ ਅੱਗ ਵੀ ਲਿਆ ਕੇ ਦਿੱਤੀ ਆਪਣਾ ਸਰੀਰ ਦੇ ਕੇ, ਤੇ ਤੇਰੇ ਢਿੱਡ ਦੀ ਅੱਗ ਵੀ ਉਹਨਾਂ ਨੇ ਬੁਝਾਈ। ਇਹ ਗ੍ਰਸਤੀ ਦਾ ਧਰਮ ਹੈ। ਤੈਨੋ ਇਹ ਵਿਚਾਰੇ ਨੇਕੇ। ਇਸ ਵਾਸਤੇ ਤੂੰ 3 ਪ੍ਰਸ਼ਨ ਸਾਨੂੰ ਕੀਤੇ ਸੀ ਮਹਾਰਾਜ, ਸਿੱਖ ਹੋ ਜਾਵਾਂ, ਫਕੀਰ ਰਹਿ ਜਾਵਾਂ, ਜਾਂ ਗ੍ਰਸਤ ਨੂੰ ਧਾਰਨ ਕਰ ਲਵਾਂ।
ਇਹ ਤਿੰਨਾਂ ਪ੍ਰਸ਼ਨਾਂ ਦਾ ਤੈਨੂੰ ਅਸੀਂ ਉੱਤਰ ਦੇ ਦਿੱਤਾ ਹੈ। ਕਰੋ ਆਪ ਜਿਉ ਸ਼ਰਧਾ ਜੇ ਕੇ। ਹੁਣ ਅੱਗੇ ਭਾਈ ਜਿਵੇਂ ਤੇਰੀ ਮਰਜ਼ੀ ਹੈ ਤਿਵੇਂ ਤੂੰ ਕਰ ਲੈ। ਸੁਣ ਕੈ ਸਿੱਖ ਆ ਧੀਰਜ ਧਰਨੇ। ਇਹ ਜਿਸ ਵੇਲੇ ਬਾਚਨ ਸੁਣੇ ਜਿਹੜਾ ਮਨ ਆ ਉਹਨੂੰ ਹੌਸਲੇ ਵਿੱਚ ਲਿਆਉਣਾ। ਕਹਿ ਕੋ ਭਇਓ ਸਮਰੱਥ ਨਾ ਕਰਨੋ। ਕਹਿਣ ਲੱਗਾ ਮਹਾਰਾਜ ਐਡਾ ਕੌਣ ਸਮਰੱਥ ਹੋ ਸਕਦਾ ਹੈ, ਤੁਸੀਂ ਕਿਰਪਾ ਕਰੋ ਤੇ ਇਹ ਮਿਹਰ ਹੁੰਦੀ ਹੈ, ਨਹੀਂ ਤੇ ਇਹ ਮਨ ਰੋੜੇ ਪੈ ਜਾਵੇ ਜਿਹੜੇ ਪਾਸੇ ਨੂੰ ਉਧਰ ਹੀ ਰੁੜਦਾ ਜਾਂਦਾ ਹੈ। ਹਾਥ ਜੋੜ ਕੈ ਬਚਨ ਬਖਾਨੇ। ਹੱਥ ਜੋੜ ਕੇ ਬੇਨਤੀ ਕੀਤੀ। ਇਹ ਤੇ ਨਾ ਦੁਸ਼ਤਰ ਮੈਂ ਜਾਣੇ। ਇਹ ਸੱਚੇ ਪਾਤਸ਼ਾਹ ਮਹਾਰਾਜ ਇਹ ਜਿਹੜੇ ਕੌਤਕ ਤੁਸਾਂ ਨੇ ਮੈਨੂੰ ਦਿਖਾਏ ਹੈ ਇਹ ਤਿੰਨੋਂ ਹੀ ਬੜੇ ਔਖੇ ਬੜੇ ਕਠਿਨ ਹਨ। ਸਿੱਖ ਬਣਨਾ ਵੀ ਬੜਾ ਕਠਿਨ ਹੈ ਤੇ ਸਿੱਖਾ ਸਿੱਖੀ ਦੂਰ ਹੈ, ਜਿੰਨੀ ਲੰਮੀ ਖਜੂਰ ਹੈ। ਚੜ ਜਾਏ ਤੇ ਅੰਮ੍ਰਿਤ ਫਲ, ਡਿੱਗ ਪਵੇਂ ਤੇ ਚਕਨਾ ਚੂਰ ਹੈ। ਕੋਈ ਵੀ ਕੰਮ ਅਧੂਰਾ ਰਹਿ ਜਾਵੇ ਤੇ ਸਾਧ ਸੰਗਤ ਜੀ ਨੁਕਸਾਨ ਵੱਡਾ ਭਾਰੀ ਹੁੰਦਾ ਹੈਗਾ। ਸੋ ਇਸ ਵਾਸਤੇ ਸਿੱਖੀ ਵੀ ਬੜੀ ਵੱਡੀ ਭਾਰੀ ਕਠਿਨ ਤਪੱਸਿਆ ਹੈ। ਇਸੇ ਤਰ੍ਹਾਂ ਮਹਾਰਾਜ ਫਕੀਰੀ ਵੀ ਬੜੀ ਕਠਿਨ ਤਪੱਸਿਆ ਹੈ। ਸਾਨੂੰ ਤੇ ਥੋੜ੍ਹੀ ਜਿਹੀ ਕੋਈ ਵਸਤੂ ਦੇਵੇ ਤੇ ਅਸੀਂ ਅਸੀਸਾਂ ਦੇ ਕੇ ਸਾਰਾ ਮਾਹੌਲ ਹੀ ਹੋਰ ਹੀ ਬਣਾ ਦਿੰਦੇ ਵੀ ਇਹਨੂੰ ਵੇਖ ਕੇ ਹੋਰ ਵੀ ਸਾਨੂੰ ਕੋਈ ਨਾ ਕੋਈ ਭੇਟ ਲਿਆ ਕੇ ਦੇਵੇ। ਜੇ ਨਾ ਦੇਵੇ ਉਹਨੂੰ ਬਦਸੀਸਾਂ ਹੀ ਦੇਈ ਜਾਂਦੇ। ਇਹਦੇ ਕਰਮਾਂ ਵਿੱਚ ਹੀ ਨਹੀਂ ਲਿਖਿਆ ਪੁੰਨ ਕਰਨਾ ਦਾਨ ਕਰਨਾ, ਇਹਦੇ ਕਰਮਾਂ ਵਿੱਚ ਕਿੱਥੇ ਲਿਖਿਆ? ਇਹ ਸੂਮਾਂ ਦਾ ਮਹਾਂਸੂਮ। ਫਿਰ ਇਹੋ ਜਿਹੀ ਭਾਸ਼ਾ ਅਸੀਂ ਬੋਲਣੀ ਸ਼ੁਰੂ ਕਰ ਲੈਂਦੇ ਹਾਂ। ਇਸੇ ਪ੍ਰਕਾਰ ਗ੍ਰਸਤੀ ਕਹਿੰਦਾ ਇਹਨੇ ਕਿਹੜਾ ਰਾਹੀ ਨੇ ਸਾਨੂੰ ਕੁਝ ਦੇ ਜਾਣਾ, ਅਸੀਂ ਆਪਣੇ ਬੱਚਿਆਂ ਦਾ ਵੇਖੀਏ ਕਿ ਰਾਹੀ ਦਾ ਦੇਖੀਏ। ਮਹਾਰਾਜ ਕਹਿਣ ਲੱਗੇ ਦੇਖ ਲਾ ਬਈ, ਜੇ ਤਾਂ ਤਿੰਨਾਂ ਵਿੱਚੋਂ ਜੋ ਵੀ ਕੁਝ ਕਰਨਾ ਚਾਹੁੰਦਾ ਫਿਰ ਇਹ ਜਿਹਾ ਤੈਨੂੰ ਬਣਨਾ ਪਊਗਾ। ਕਹਿਣ ਲੱਗਾ ਮਹਾਰਾਜ ਜੀ ਤਾਂ ਤਿੰਨੋਂ ਹੀ ਬੜਾ ਕਠਿਨ ਹੈ, ਮੈਂ ਤਾਂ ਸਿੱਖੀ ਦੀ ਪਰਖ ਵਿੱਚ ਵੀ ਨਹੀਂ ਪੂਰਾ ਉਤਰ ਸਕਦਾ ਤੇ ਮੈਂ ਫਕੀਰ ਕਿਹਾ ਸੀ, ਮੈਂ ਫਕੀਰ ਵੀ ਨਹੀਂ ਬਣ ਸਕਦਾ। ਇਹੋ ਜਿਹਾ ਸੁਭਾਅ ਬਣਾਉਣਾ ਯਥਾ ਲਾਭ ਤਥਾ ਸੰਤੁਸ਼ਟੀ। ਤੇ ਫਿਰ ਮਹਾਰਾਜ ਗ੍ਰਸਤੀ ਧਰਮ ਆਪਾ ਵਾਰ ਕੇ ਵੀ ਨਿਭਾਉਣਾ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ। ਹੋਏ ਆਵਤ ਇੱਕ ਪਾਸ ਨਾ ਮੇਰੇ। ਮਹਾਰਾਜ ਮੇਰੇ ਪਾਸੋਂ ਤੇ ਇੱਕ ਵੀ ਕੰਮ ਨਹੀਂ ਇਹ ਹੋਣਾ। ਕਰਹਿ ਜੇ ਨਰ ਸੇ ਧਨ ਬਡੇਰੇ। ਇਹ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਇਹ ਕਾਰਜ ਕਰਦੇ ਆ ਸਿੱਖੀ ਦੇ ਵਿੱਚ ਰਹਿ ਕੇ ਸਿੱਖੀ ਦੇ ਵਿੱਚ ਪਰਪੱਕ ਰਹਿੰਦੇ ਆ ਉਹ ਵੀ ਧਨ ਧਨਤਾ ਦੇ ਯੋਗ ਹਨ। ਫਕੀਰੀ ਦੇ ਵਿੱਚ ਰਹਿ ਕੇ ਫਕੀਰੀ ਪੁਣੇ ਨੂੰ ਨਿਭਾਉਂਦੇ ਆ ਉਹ ਵੀ ਮਹਾਰਾਜ ਧਨ। ਗ੍ਰਸਤ ਵਿੱਚ ਰਹਿ ਕੇ ਗ੍ਰਸਤੀ ਧਰਮ ਨੂੰ ਨਿਭਾਉਂਦੇ ਮਹਾਰਾਜ ਉਹ ਵੀ ਧਨ। ਮੈਂ ਤੇ ਔਖਾ ਕੰਮ ਹੈ, ਤਿੰਨਾਂ ਵਿੱਚੋਂ ਕੋਈ ਵੀ ਨਹੀਂ ਕਰ ਸਕਦਾ। ਸਾਧ ਸੰਗਤ ਜੀ ਗੁਰੂ ਦੀ ਪ੍ਰਸੰਨਤਾ ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤਰਾਈ। ਆਪਣਾ ਆਪ ਗਵਾ ਕੇ ਵੀ ਸ਼ੌ ਨੂੰ ਪਾ ਲਈਏ ਤੇ ਸੌਦਾ ਸਸਤਾ ਮਹਿੰਗਾ ਨਹੀਂ। ਸਿਰ ਦੀਜੇ ਆਪ ਗਵਾਏ। ਤੇ ਮਹਾਰਾਜ ਕਹਿੰਦੇ ਆ ਜਿਹੜਾ ਸਾਹਿਬ ਨਾਲ ਮਿਲਾ ਦੇਵੇ ਨਾ ਤੇ ਉਹਨੂੰ ਮੈਂ ਸਿਰ ਵੱਢ ਕੇ ਪੈਰਾਂ ਥੱਲੇ ਉਹਦੇ ਰੱਖ ਦੇਵਾਂ। ਬਿਨ ਸਿਰ ਸੇਵ ਕਰੀ ਜਾਏ, ਮੈਂ ਬਿਨਾਂ ਸਿਰ ਤੋਂ ਹੀ ਗੁਰਾਂ ਦੀ ਸੇਵਾ ਕਰੀ ਜਾਵਾਂ। ਗੁਰਾਂ ਦੀ ਸੇਵਾ ਬਹੁਤ ਕਠਿਨ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ, ਪਰ ਅੱਗੇ ਮਹਾਰਾਜ ਕਹਿੰਦੇ ਸੁਖ ਸਾਰ ਹੈ ਤਾਂ ਬੜੀ ਔਖੀ ਹੈ, ਪਰ ਦੁਨੀਆ ਤੇ ਕੋਈ ਇਹੋ ਜਿਹਾ ਸੁੱਖ ਨਹੀਂ ਜਿਹੜਾ ਸੁੱਖ ਗੁਰੂ ਪੀਰਾਂ ਦੀ ਚਾਕਰੀ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈਗਾ। ਕਹਿਣ ਲੱਗਾ ਮਹਾਰਾਜ ਮੇਰੇ ਪਾਸੋਂ ਇਹ ਤਿੰਨਾਂ ਵਿੱਚੋਂ ਕੋਈ ਕੰਮ ਨਹੀਂ ਹੋ ਸਕਦਾ। ਜਦ ਆਪ ਮੋਤੇ ਹੋਏ ਨਾ ਆਏ। ਇਸ ਵਾਸਤੇ ਮਹਾਰਾਜ ਇਹ ਕਠਿਨ ਹੈ, ਮੈਂ ਨਹੀਂ ਕਰ ਸਕਦਾ। ਹਾਂ ਤਦਪ ਮੈਂ ਰਾਵਰ ਸ਼ਰਨ ਆਏ। ਫੇਰ ਵੀ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਆਦਮ ਉਦਾਹਰਨ ਬਿਰਦ ਤੁਮਾਰਾ। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਬਿਰਦ ਹੈ ਪਾਪੀਆਂ ਦਾ ਪਾਰ ਉਤਾਰਾ ਕਰਨਾ। ਪਤਿ ਤਨ ਪਾਵਨ ਕਹੇ ਜਗ ਸਾਰਾ। ਸਾਰੀ ਦੁਨੀਆ ਇਸੇ ਕਰਕੇ ਤੁਹਾਨੂੰ ਪਤਿਤ ਪਾਵਨ ਕਹਿੰਦੀ ਹੈ। ਜਿਹੜੇ ਪਾਪੀ ਭ੍ਰਿਸ਼ਟ ਹਨ, ਗੰਦੇ ਕਰਮ ਕਰਨ ਵਾਲੇ, ਗੰਦਗੀ ਦੇ ਵਿੱਚ ਲਿਬੜੇ ਹੋਏ, ਉਹਨਾਂ ਨੂੰ ਮਹਾਰਾਜ ਪਵਿੱਤਰ ਕਰਨਾ ਤੁਹਾਡਾ ਧਰਮ ਹੈ। ਕਿਰਪਾ ਧਾਰ ਮੇਰੇ ਗਾਤ ਕੇ ਜਾਏ। ਇਸ ਵਾਸਤੇ ਮਹਾਰਾਜ ਮੇਰੇ ਤੇ ਦਇਆ ਕਰੋ, ਮੇਰੀ ਗਤੀ ਕਰ ਦੇਵੋ, ਮੈਨੂੰ ਮਹਾ ਮੁਕਤੀ ਦੀਆਂ ਦਾਤਾਂ ਦੇ ਦੇਵੋ। ਹਾਂ ਅਸਮਰਥ ਬੜੋ ਲਖ ਲੈ ਜਾਏ। ਮਹਾਰਾਜ ਮੈਨੂੰ ਐਂ ਸਮਝੋ ਵੀ ਮੈਂ ਕਾਸੇ ਜੋਗਾ ਹੀ ਨਹੀਂ, ਮੈਂ ਅਸਲੋਂ ਹੀ ਨਿਕੰਮਾ ਹਾਂ। ਪਰ ਬਾਹੇ ਫੜੇ ਦੀ ਲਾਜ ਅਸ, ਮਹਾਰਾਜ ਇਹ ਬਾਂਹ ਮੇਰੀ ਫੜ ਲਵੋ ਤੇ ਮੇਰੀ ਲਾਜ ਨਿਭਾ ਲਵੋ, ਮੈਂ ਨਹੀਂ ਕਾਸੇ ਜੋਗਾ। ਐਸੀ ਬੇਨਤੀ ਉਸ ਨੇ ਕੀਤੀ ਮਹਾਰਾਜ ਨੂੰ। ਤੈਂ ਕੇ ਬਿਨ ਸੁਨੇ ਜਬ ਕਾਨਾ। ਇਹ ਜਿਸ ਵੇਲੇ ਬੇਨਤੀਆਂ ਸੁਣੀਆਂ ਬਾਏ ਗਏ ਕੀ ਲਾਜ ਅਸ, ਮਹਾਰਾਜ ਨੇ ਵੇਖਿਆ ਵੀ ਇਹ ਨਿਮਰਤਾ ਦੇ ਵਿੱਚ ਆ ਗਿਆ, ਇਹਦੀ ਹਉਮੈ ਨਹੀਂ ਹੈ।
ਸ਼ੇਰੇ ਮੁਖ ਤੇ ਪੌਨ ਬਚਨ ਬਖਾਨਾ ਤਾਂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਹਵੈ ਨਿਸ਼ਕਾਪਟ ਧਰਮ ਕਿਰਤ ਕਰੀਏ। ਭਾਈ ਇਸ ਤਰ੍ਹਾਂ ਹੈ, ਸਾਡਾ ਬਚਨ ਸੁਣ, ਮਨ ਵਿੱਚ ਕਪਟ ਨਹੀਂ ਕੋਈ ਰੱਖਣਾ। ਕਪਟੀ ਬੰਦਾ ਸਾਰਿਆਂ ਤੋਂ ਮਾੜਾ ਹੁੰਦਾ। ਇਸੀ ਵਾਸਤੇ ਸਤਿਗੁਰਾਂ ਨੇ ਜਦ ਅੰਮ੍ਰਿਤ ਦੀਆਂ ਦਾਤਾਂ ਸਾਨੂੰ ਬਖਸ਼ੀਆਂ ਨਾ, ਮਹਾਰਾਜ ਕਹਿਣ ਲੱਗੇ ਪੰਜਾਂ ਦਾ ਮੇਲ ਨਹੀਂ ਕਰਨਾ। ਉਹਨਾਂ ਵਿੱਚ ਇੱਕ ਉਹ ਕਪਟੀ ਜਿਨ੍ਹਾਂ ਨੂੰ ਮੀਣੇ ਕਰਕੇ ਕਿਹਾ ਜਾਂਦਾ। ਮੀਣੇ ਮੂੰਹ ਤੋਂ ਬੜੇ ਭੋਲੇ ਬਣ ਕੇ ਰਹਿਣਾ, ਚੁੱਪ ਰਹਿਣਾ, ਦਿਲ ਤੋਂ ਘੁੰਡੀ ਖੋਰ ਰਹਿਣਾ, ਉਹ ਹਨ ਮੀਣੇ। ਤੇ ਮੀਣਿਆਂ ਤੋਂ ਬਚ ਕੇ ਰਹਿਣਾ ਕਪਟੀ ਲੋਕ। ਮਹਾਰਾਜ ਕਹਿਣ ਲੱਗੇ ਕਪਟ ਨਹੀਂ ਕਦੀ ਧਾਰਨਾ, ਨਿਸ਼ਕਪਟ ਹੋ ਕੇ ਰਹਿਣਾ ਹੈ। ਗਰਭ ਹਿਰਦੇ ਕੋ ਸਭ ਪਰ ਹਰੀਏ। ਅਤੇ ਹਿਰਦੇ ਦੇ ਵਿੱਚ ਜਿਹੜਾ ਹੰਕਾਰ ਹੈ ਨਾ, ਇਹ ਨਹੀਂ ਕਰਨਾ ਕਿਸੇ ਵੀ ਚੀਜ਼ ਦਾ, ਨਾ ਸਰੀਰ ਦਾ, ਨਾ ਮਾਇਆ ਦਾ, ਨਾ ਵਿਦਿਆ ਦਾ, ਨਾ ਗਿਆਨ ਦਾ, ਕਿਸੇ ਵਸਤੂ ਦਾ ਕਦੀ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਹੈ। ਸਿੱਖਨ ਸੇਵ ਕਰਹੁ ਮਨ ਨਿਵੇ। ਅਤੇ ਮਨ ਨੀਵਾਂ ਕਰਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਹੈ। ਗੁਰ ਸਿੱਖਾਂ ਦੀ ਟਹਿਲ ਕਮਾਵਣੀ, ਗੁਰ ਮੰਤਰ ਰੱਖਣਾ ਚੀਤ, ਬੰਸ ਘਾਤ ਕਰਨਾ ਨਹੀਂ ਹੈ ਸਿੰਘਨ ਕੀ ਰੀਤ। ਇਹ ਮਹਾਰਾਜ ਕਹਿੰਦੇ ਧਾਰਨ ਕਰਕੇ ਰੱਖਣਾ ਹੈ। ਸਨ ਸਨ ਤੇਰੇ ਗਾਤ ਥੇਵੇ। ਸੱਚੇ ਪਾਤਸ਼ਾਹ ਕਹਿੰਦੇ ਆਸਤਾ ਆਸਤਾ ਭਈ ਇੱਕਦਮ ਤਾਂ ਨਹੀਂ ਨਾ, ਅੱਜ ਹੀ ਬੀਜ ਬੀਜੀਏ ਤੇ ਉਸੇ ਵੇਲੇ ਫਲ ਲੱਗ ਜੇ, ਐਂ ਤਾਂ ਹੁੰਦਾ ਨਹੀਂ। ਇਹ ਤੂੰ ਕਮਾਈ ਕਰ, ਤੈਨੂੰ ਫਲ ਲੱਗੂਗਾ, ਤੇਰਾ ਭਲਾ ਹੋਵੇਗਾ। ਸੁਨ ਉਪਦੇਸ਼ ਕਰਨ ਸੋ ਲਾਗਾ। ਇਹ ਸੱਚੇ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਸੁਣਿਆ, ਜਿਵੇਂ ਗੁਰਾਂ ਨੇ ਹੁਕਮ ਕੀਤਾ ਉਹਦੀ ਕਮਾਈ ਕਰਨ ਲੱਗਾ। ਸੇਵਾ ਬਿਖੈ ਬੜੋ ਅਨੁਰਾਗਾ। ਅਤੇ ਸੇਵਾ ਦੇ ਵਿੱਚ ਬੜਾ ਉਸ ਦਾ ਮਨ ਲੱਗਣ ਲੱਗਾ। ਜਿਨ੍ਹਾਂ ਨੂੰ ਇਹ ਨਸ਼ਾ ਚੜ੍ਹ ਜਾਵੇ ਸੇਵਾ ਦਾ, ਸਿਮਰਨ ਦਾ, ਉਹ ਰਹਿ ਨਹੀਂ ਸਕਦੇ ਸਾਧ ਸੰਗਤ ਜੀ ਸੇਵਾ ਤੇ ਸਿਮਰਨ ਕੀਤੇ ਬਿਨ। ਅੰਮ੍ਰਿਤ ਵੇਲੇ ਦੇ ਉੱਠਣ ਦਾ ਸੁਭਾਅ ਜਿਨ੍ਹਾਂ ਨੂੰ ਪੈ ਜਾਵੇ, ਉਹਨਾਂ ਨੂੰ ਮੁੜ ਕੇ ਉਸ ਸਮੇਂ ਤੋਂ ਬਾਅਦ ਮੰਜਾ ਜਾਂ ਧਰਤੀ ਜਿੱਥੇ ਵੀ ਸੌਣ, ਉਹ ਬਿਸਤਰਾ ਚੱਲਦਾ ਨਹੀਂ। ਜਿਵੇਂ ਉਹਨਾਂ ਨੂੰ ਕੋਈ ਹੁੱਜਾਂ ਮਾਰ ਮਾਰ ਉਠਾਉਂਦਾ ਹੈ, ਉਹ ਪੈ ਹੀ ਨਹੀਂ ਸਕਦੇ ਆਪਣੇ ਸਮੇਂ ਮੁਤਾਬਕ। ਜਿਨ੍ਹਾਂ ਦੀ ਬਿਰਤੀ ਇਹੋ ਜਿਹੀ ਬਣ ਜਾਂਦੀ ਅੰਮ੍ਰਿਤ ਵੇਲੇ ਦੇ ਜਾਗਣੇ ਦੀ, ਤੇ ਜਿਨ੍ਹਾਂ ਦੀ ਬਿਰਤੀ 12 ਵਜੇ ਤੱਕ ਸੌਣ ਦੀ ਹੈ, ਇੱਕ ਅੱਧੀ ਵਾਰ ਉੱਠ ਵੀ ਜਾਣ ਤੇ ਮੁੜ ਕੇ ਫੇਰ ਸੁਭਾਅ ਉਹੋ ਹੀ ਬਣਿਆ ਰਹਿੰਦਾ ਹੈ। ਅੰਮ੍ਰਿਤ ਵੇਲੇ ਜਾਗਣਾ, ਪਹਿਰ ਰਾਤ ਰਹਿੰਦਿਆਂ, ਸਵਾ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਗੁਰਸਿੱਖਾਂ ਦੀ ਟਹਿਲ ਕਮਾਉਣੀ, ਗੁਰੂ ਦਾ ਮੰਤਰ ਹਿਰਦੇ ਵਿੱਚ ਵਸਾ ਕੇ ਰੱਖਣਾ, ਇਹ ਗੁਰਸਿੱਖਾਂ ਦੀ ਰੀਤੀ ਮਰਜ਼ਾਦਾ ਹੈ। ਸਮਾ ਪਾਏ ਸਿਮਰਨ ਸਤਨਾਮ। ਅਤੇ ਇਸ ਤਰ੍ਹਾਂ ਸਮੇਂ ਦੇ ਅਨੁਸਾਰ ਸਤਨਾਮ ਦਾ ਸਿਮਰਨ ਜੋ ਕਰਤੇ ਦੇ ਸਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵਾਹਿਗੁਰੂ ਮੰਤਰ ਗੁਰਮੰਤਰ ਸਾਨੂੰ ਬਖਸ਼ਿਸ਼ ਕੀਤਾ ਹੋਇਆ। ਲੇਵ ਲਾਗੇ ਮਤ ਭੇ ਅਵਿਰਾਮੋ। ਐਸੀ ਉਸ ਗੁਰਸਿੱਖ ਦੀ ਸੁਰਤੀ ਵਾਹਿਗੁਰੂ ਸ਼ਬਦ ਦੇ ਵਿੱਚ ਜੁੜੀ, ਤੂੰ ਤੂੰ ਕਰਤਾ ਤੂੰ ਹੁਆ। ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਹੀ ਬਣ ਗਿਆ। ਮੋਕਤ ਉਚਿਤ ਭਾ ਸ਼੍ਰੀ ਗੁਰ ਕਰੁਣਾ। ਇਸ ਤਰ੍ਹਾਂ ਸਤਿਗੁਰਾਂ ਨੇ ਦਇਆ ਕੀਤੀ, ਉਹ ਗੁਰਸਿੱਖ ਤੇ ਸ਼ਬਦ ਅਭਿਆਸੀ ਹੋ ਗਿਆ। ਗੁਰਾਂ ਦੀ ਸੇਵਾ ਵਿੱਚ ਦਿਨੇ ਰਾਤ ਲੱਗਾ ਰਹਿੰਦਾ ਤੇ ਸਤਿਗੁਰਾਂ ਦੀ ਮਿਹਰ ਦੇ ਨਾਲ ਬੰਧਨ ਮੁਕਤ ਹੋ ਗਿਆ, ਮਹਾਂ ਮੁਕਤੀਆਂ ਪ੍ਰਾਪਤ ਹੋ ਗਈਆਂ। ਛੋਟਿਓ ਕਾਸ਼ਟ ਜਗ ਜਨਮ ਅਰ ਮਰਨਾ। ਇਹ ਜੰਮਣ ਮਰਨ ਦਾ ਵੱਡਾ ਪਹਾੜੀ ਦੁੱਖ ਹੈ ਸਾਧ ਸੰਗਤ ਜੀ। ਪਹਿਲਾਂ ਤਾਂ ਜਦ ਬੱਚੇ ਦਾ ਜਨਮ ਹੁੰਦਾ, ਉਹ ਵੀ ਬੜਾ ਭਾਰੀ ਕਸ਼ਟਦਾਇਕ ਹੁੰਦਾ, ਦੁਖਦਾਈ ਹੁੰਦਾ ਹੈ। ਜੀਵਨ ਭਰ ਧੱਕੇ ਖਾਣੇ ਪੈਂਦੇ ਹੈ, ਕਦੀ ਖੁਸ਼ੀ ਕਦੀ ਗਮੀ, ਕਦੀ ਦੁੱਖ ਕਦੀ ਸੁੱਖ, ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹੀ ਚੋਲੇ ਬਦਲਦਾ ਰਹਿੰਦਾ, ਕਦੀ ਖੁਸ਼ੀ ਦਾ, ਕਦੀ ਗਮੀ ਦਾ, ਕਦੀ ਦੁੱਖ ਦਾ, ਕਦੀ ਸੁੱਖ ਦਾ। ਫਿਰ ਅੰਤ ਸਮੇਂ ਮੌਤ ਉਸ ਤੋਂ ਵੀ ਵੱਡੀ ਭਾਰੀ ਦੁਖਦਾਈ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਕਥਨ ਕਰਦੇ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜ ਕਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਵਿਆਹ ਕੇ ਲੈ ਜਾਂਦਾ ਹੈ ਵਰ ਜਿਹੜਾ ਮੌਤ ਰੂਪੀ ਹੈ ਜਿੰਦ ਰੂਪੀ ਵਹੁਟੀ ਨੂੰ, ਪਰ ਕਿਵੇਂ ਖੜਦਾ, ਬੁੜੀ ਮੰਦੀ ਹਾਲਤ ਹੁੰਦੀ। ਤਨ ਕਪੇ ਸਿਆਹੋਂ ਹੋਆ ਸੇਤ। ਉਹ ਕਦੀ ਕਾਲਾ ਕਦੀ ਚਿੱਟਾ, ਤੇ ਉਹ ਜਮਦੂਤ ਵੱਢਦੇ ਨਿੱਕਾ ਨਿੱਕਾ ਕਰਕੇ ਸਰੀਰ ਨਾਲੋਂ ਜਿੰਦ ਨੂੰ ਕੱਟ ਕੇ ਖੜਨਾ ਕਿਹੜਾ ਸੌਖਾ ਹੈ। ਗੁਰਮੁਖ ਤਾਂ ਐਂ ਜਾਂਦੇ ਆ, ਗੁਰਮੁਖ ਆਵੇ ਜਾਏ ਨਿਸ਼ੰਗ। ਜਿਵੇਂ ਹਾਥੀ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਤੋੜ ਕੇ ਬਗਾ ਮਾਰਦਾ, ਐਂ ਗੁਰਮੁਖ ਉਡਾਰੀ ਲਾ ਜਾਂਦੇ ਆ। ਪਰ ਮਨਮੁਖਾਂ ਦੀ ਮੌਤ ਦਾ ਵੱਡਾ ਭਾਰੀ ਦੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਗੁਰਾਂ ਨੇ ਕਿਰਪਾ ਕੀਤੀ ਹੈ, ਸਿੱਖ ਦਾ ਜੰਮਣ ਮਰਨ ਦਾ ਬੰਧਨ ਕੱਟ ਦਿੱਤਾ।
ਇਸ ਪ੍ਰਕਾਰ ਕੋ ਦੇ ਉਪਦੇਸ਼ਾ ਐ ਗੁਰਾਂ ਨੇ ਮਿਹਰ ਕੀਤੀ, ਉਪਦੇਸ਼ ਦਿੱਤਾ ਸਿੱਖ ਨੂੰ। ਮਨੁਜ ਉਧਾਰੇ ਸ਼ੇਰੇ ਜਾਗਤੇਸ਼ਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹੋ ਜਿਹੇ ਉਪਦੇਸ਼ ਦੇ ਦੇ ਕੇ ਕਿੰਨੇ ਲੋਕਾਂ ਦਾ ਉਧਾਰ ਕੀਤਾ ਜਿਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਬੇਅੰਤ ਹਨ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸਿੱਖਨ ਉਪਦੇਸ਼ ਪਰਸੰਗ ਵਰਣਨ ਨਾਮ 45ਵਾਂ ਅਧਿਆਇ। 45ਵਾਂ ਅਧਿਆਏ ਸੰਗਤ ਜੀ ਇੱਥੇ ਸਮਾਪਤ ਹੋ ਰਿਹਾ ਹੈ, ਜਿਹਦੇ ਵਿੱਚ ਆਪ ਸੰਗਤਾਂ ਨੇ ਸਾਰੇ ਗੁਰੂ ਕੇ ਸਿੱਖਾਂ ਨੂੰ ਸਮੇਂ-ਸਮੇਂ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਉਹ ਸਾਰੀ ਕਥਾ ਇਸ 45ਵੇਂ ਅਧਿਆਏ ਦੇ ਵਿੱਚ ਆਈ ਸੀਗੀ। ਦੋਹਰਾ ਕਿਉਂ ਜੰਜਾਰ ਉਰਝਿਓ ਮਨਾ ਕਾਜ ਨ ਤੇਰੇ ਕੋਏ। 46ਵਾਂ ਅਧਿਆਏ ਆਰੰਭ ਹੋ ਰਿਹਾ ਹੈ। ਕਾਵ ਰਚਨਾ ਦੀ ਮਰਜ਼ਾਦਾ ਅਨੁਸਾਰ ਭਾਈ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਕਰਤਾ ਆਪਣੇ ਮਨ ਨੂੰ ਸੁਬੋਧਕ ਹੋ ਕੇ ਕਹਿੰਦੇ, ਮਨਾ ਕਿਉਂ ਉਲਟੀਆਂ ਸਿੱਧੀਆਂ ਕੰਮਾਂ ਦੇ ਵਿੱਚ ਉਲਝਿਆ ਹੋਇਆ। ਇਹ ਕੰਮਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ ਹੈ, ਇਹਨਾਂ ਧੰਦਿਆਂ ਨੇ ਕਿਸੇ ਕੰਮ ਨਹੀਂ ਆਉਣਾ ਤੇਰੇ। ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ। ਇਸ ਵਾਸਤੇ ਸਾਰੇ ਧੰਦਿਆਂ ਨੂੰ ਛੱਡ, ਇੱਕੋ ਹੀ ਧੰਦਾ ਕਰ ਜੋ ਮੇਰੇ ਗੁਰਾਂ ਦੇ ਪਾਵਨ ਪਵਿੱਤਰ ਚਰਨ ਹਨ, ਬਾਣੀ ਸਰੂਪ, ਜਿਨ੍ਹਾਂ ਦੀ ਸੁਗੰਧੀ ਕਵਲ ਫੁੱਲ ਵਾਂਗੂ ਸਦਾ ਹੀ ਖਿੜੀ ਰਹਿੰਦੀ ਹੈ। ਤੇ ਤੂੰ ਉਹਨਾਂ ਚਰਨਾਂ ਦਾ ਧਿਆਨ ਧਰ। ਉਹ ਚਰਨਾਂ ਦਾ ਧਿਆਨ ਧਾਰਨ ਕਰਕੇ ਇੱਥੇ ਤੇ ਅਗਲੇ ਲੋਕ ਦੋਵਾਂ ਵਿੱਚ ਹੀ ਤੈਨੂੰ ਮਹਾ ਸੁਖਾਂ ਦੀ ਪ੍ਰਾਪਤੀ ਹੋਵੇਗੀ। ਸ਼੍ਰੀ ਬਾਲਾ ਸੰਧੋਰ ਵਾਚ। ਬਾਬਾ ਬਾਲਾ ਸਾਹਿਬ ਜੀ ਅੱਗੇ ਕਥਾ ਸਤਿਗੁਰਾਂ ਨੂੰ ਸਰਵਣ ਕਰਵਾ ਰਹੇ ਹੈ। ਛਾਉ ਪਏ ਸੁਣ ਸ਼੍ਰੀ ਤੇਹਣ ਕੁਲ ਉਜਿਆਰਾ। ਕਹਿੰਦੇ ਹੈ ਸੱਚੇ ਪਾਤਸ਼ਾਹ ਮਹਾਰਾਜ, ਤੇਹਣ ਕੁਲ ਦੇ ਪ੍ਰਕਾਸ਼ਮਾਨ ਸੂਰਜ ਸੁਣਨਾ ਕਰੋ। ਪ੍ਰਭੂ ਬਿਰਾਜੈ ਹੈ ਪੁਰ ਕਰਤਾਰਾ। ਪ੍ਰਭੂ ਸਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਇੱਕ ਦਿਨ ਬਹਿਰ ਬਿਰਛ ਕੇ ਛਾਇਆ। ਇੱਕ ਦਿਨ ਦਾ ਪ੍ਰਸੰਗ ਹੈ। ਸੱਚੇ ਪਾਤਸ਼ਾਹ ਮਹਾਰਾਜ ਧਰਮਸ਼ਾਲਾ ਵਿੱਚ ਉੱਠ ਕੇ ਨਗਰ ਤੋਂ ਥੋੜੇ ਦੂਰ ਚਲੇ ਗਏ। ਉੱਥੇ ਇੱਕ ਬੜਾ ਸੋਹਣਾ ਦਰਖਤ ਸੀਗਾ, ਉਸ ਦੇ ਥੱਲੇ ਬੈਠ ਕੇ ਸੋਹਣੀ ਸੁੰਦਰ ਛਾਇਆ ਸੀ ਦਰਖਤ ਦੇ। ਬੈਠ ਰਹੇ ਗੁਰ ਸਹਿਜ ਸੁਭਾਇਆ। ਤੋ ਸੁਤੇ ਸਿੱਧੀ ਸੱਚੇ ਪਾਤਸ਼ਾਹ ਮਹਾਰਾਜ ਜੀ ਸਜੇ ਹੋਏ ਬੈਠੇ ਹੋਏ ਹਨ। ਬਾਰਕ ਅਜਾ ਚਰਾਵਤ ਆਵਾ। ਇੱਕ ਨਾ ਬਾਲਕ ਬੱਚਾ ਸੀਗਾ, ਬਹੁਤੀ ਜ਼ਿਆਦੀ ਉਮਰ ਵੀ ਨਹੀਂ ਤੇ ਥੋੜੀ ਵੀ ਨਹੀਂ ਹੈ। ਉਹ ਬੱਕਰੀਆਂ ਚਰਾਉਂਦਾ ਹੋਇਆ ਉਧਰ ਨੂੰ ਆ ਗਿਆ। ਜਗਨ ਲਗਿਓ ਜਿਹ ਭਾਗ ਸੁਹਾਵਾ। ਸਾਧ ਸੰਗਤ ਜੀ ਜਿਹਦੇ ਭਾਗ ਜਾਗਦੇ ਹੈ ਨਾ, ਉਹ ਗੁਰਾਂ ਦੇ ਚਰਨ ਪਰਸਦਾ। ਇਹ ਬੱਚੇ ਦੇ ਵੀ ਭਾਗ ਲੱਗੇ ਆ ਜਾਗਣ। ਧੰਨ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜਿੱਥੇ ਬੈਠੇ ਉਧਰ ਨੂੰ ਬੱਕਰੀਆਂ ਚਾਰਦਾ ਹੋਇਆ ਆ ਗਿਆ। ਤੇਹ ਬੇਲੋਕ ਬੋਲੇ ਗਤ ਦਾਈ। ਉਹ ਬੱਚੇ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਆਨਹੁ ਬਾਲੇ ਬਾਲ ਬੁਲਾਏ। ਬਾਲਿਆ, ਆ ਭਾਈ ਜਿਹੜਾ ਬਾਲਕ ਬੱਕਰੀਆਂ ਚਾਰਦਾ, ਜਾ ਇਸ ਨੂੰ ਬੁਲਾ ਕੇ ਲਿਆ ਸਾਡੇ ਪਾਸ। ਮੈਂ ਗਮਨਿਓ ਜਹ ਅਜਾ ਚਰਾਵਤ। ਬਾਬਾ ਬਾਲਾ ਜੀ ਕਹਿੰਦੇ, ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਗੁਰਾਂ ਦਾ ਹੁਕਮ ਸੁਣਿਆ ਤੇ ਮੈਂ ਉਹ ਬਾਲਕ ਨੂੰ ਬੁਲਾਉਣ ਵਾਸਤੇ ਚਲੇ ਗਿਆ ਜਿੱਥੇ ਉਹ ਬੱਕਰੀਆਂ ਚਾਰਦਾ ਸੀ। ਕਹਿਓ ਬਾਲ ਤੁਝ ਤਪਾ ਬੁਲਾਵਤ। ਤੇ ਮੈਂ ਜਾ ਕੇ ਕਿਹਾ, ਉਹ ਕਾਕਾ ਤੈਨੂੰ ਗੁਰੂ ਜੀ ਬੁਲਾ ਰਹੇ ਐ। ਕਿਛੁ ਕਹਿਤ ਸੁਨਿਏ ਢਿਗ ਆਈ। ਤੇ ਇਸ ਵਾਸਤੇ ਕੀ ਉਹਨਾਂ ਨੇ ਕਹਿਣਾ ਹੈ ਗੁਰੂ ਸਾਹਿਬ ਨੇ, ਇਹ ਤੂੰ ਆਪ ਆਣ ਕੇ ਸੁਣ ਲੈ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ। ਬਹੁਰੋ ਅਜਾ ਚਰਾ ਵਹੁ ਜਾਏ। ਤੇ ਗੁਰਾਂ ਦੇ ਬਚਨ ਸੁਣ ਕੇ ਫਿਰ ਤੂੰ ਬੱਕਰੀਆਂ ਚਰਾਉਣ ਵਾਸਤੇ ਦੁਬਾਰਾ ਚਲੇ ਜਾਣਾ। ਸੁਨ ਬਾਲਕ ਆਵਾ ਸੰਗ ਮੇਰੇ। ਇਹ ਬਾਬਾ ਬਾਲਾ ਜੀ ਕਹਿੰਦੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਬਾਲਕ ਨੇ ਮੇਰਾ ਸੁਣਿਆ, ਸਤਿਗੁਰਾਂ ਦਾ ਸੁਣਿਆ, ਉਹਦੇ ਭਾਗ ਚੰਗੇ ਸੀਗੇ ਤੇ ਮੇਰੇ ਨਾਲ ਆ ਗਿਆ ਗੁਰਾਂ ਦੇ ਦਰਸ਼ਨ ਕਰਨ ਵਾਸਤੇ। ਹਰਖਿਓ ਪ੍ਰਭ ਕੋ ਦਰਸ਼ਨ ਹੇਰੇ। ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ
ਉਹ ਬਾਲਕ ਬੜਾ ਪ੍ਰਸੰਨ ਹੋਇਆ। ਚਰਨ ਕਮਲ ਪਰ ਬੰਧਨ ਧਾਰੇ। ਧੰਨ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਉਹ ਨਿੱਕੇ ਜਿਹੇ ਬੱਚੇ ਨੇ ਆਣ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਹਰੋ ਠਾਂਡੋ ਰਹਿਓ ਅਗਾਰੇ। ਹੱਥ ਜੋੜ ਕੇ ਗੁਰਾਂ ਦੇ ਸਾਹਮਣੇ ਖਲੋ ਗਿਆ ਉਹ ਬਾਲਕ। ਕਿਰਪਾ ਦ੍ਰਸ਼ਟ ਅਵਲੋਕ ਗੁਸਾਈ। ਧੰਨ ਸੱਚੇ ਪਾਤਸ਼ਾਹ ਮਹਾਰਾਜ ਦਇਆ ਦੇ ਘਰ ਵਿੱਚ ਆਏ, ਮਿਹਰ ਦੀ ਤੱਕਣੀ ਤੱਕਿਆ ਉਸ ਨੂੰ ਸ਼ੇਰੇ ਮੁਖ ਕੋਮਲ ਗਿਰਾ ਅਲਾਏ। ਤੇ ਉਸ ਬੱਚੇ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹੋ ਬਾਲਕ ਕੋ ਹੈ ਤਵ ਨਾਮੋ। ਕਹਿਣ ਲੱਗੇ, ਉਹ ਕਾਕਾ ਭਾਈ ਬੱਚਿਆ ਤੇਰਾ ਨਾਮ ਕੀ ਹੈ? ਕੌਣ ਗ੍ਰਾਮ ਮੈਂ ਤੇਰੋ ਧਾਮੋ। ਅਤੇ ਕਿਹੜੇ ਪਿੰਡ ਦੇ ਵਿੱਚ ਤੇਰਾ ਘਰ ਹੈ, ਭਾਵ ਕਿੱਥੋਂ ਦਾ ਰਹਿਣ ਵਾਲਾ ਹੈ? ਕਹਿ ਕੋ ਤਾਤ ਸੋ ਦੇਹ ਬਤਾਏ। ਤੇ ਬੱਚਾ ਕਿਹਦਾ ਹੈ ਤੂੰ, ਸਾਨੂੰ ਸਾਰਾ ਦੱਸ। ਅਜਾ ਚਰਾਏ ਕੇ ਆਪਨ ਪਰਾਈ। ਮਹਾਰਾਜ ਕਹਿਣ ਲੱਗੇ, ਬਾਲਕ ਬੱਚਿਆ ਆ ਬੱਕਰੀਆਂ ਸਾਰੀਆਂ ਤੇਰੀਆਂ ਹੀ ਆ ਕਿ ਲੋਕਾਂ ਦੀਆਂ ਇਕੱਠੀਆਂ ਕਰਕੇ ਚਾਰਨ ਨੂੰ ਲਿਆਉਣਾ ਕਿਰਾਏ ਦੇ ਉੱਤੇ? ਸੁਨ ਕੈ ਸੇਸ ਨੇ ਬਚਨ ਉਚਾਰੇ। ਇਹ ਬਾਲਕ ਨੇ ਬਚਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸੁਣੇ ਤੇ ਅੱਗੋਂ ਕਹਿਣ ਲੱਗਾ, ਘਰ ਹੈ ਨਿਕਟ ਜੋ ਗ੍ਰਾਮ ਤੁਮਾਰੇ। ਇਹ ਸੱਚੇ ਪਾਤਸ਼ਾਹ ਮਹਾਰਾਜ ਕੋ ਬਹੁਤਾ ਦੂਰ ਨਹੀਂ ਹੈ ਮੇਰਾ ਪਿੰਡ, ਤੁਹਾਡੇ ਨਗਰ ਦੇ ਸ਼ਹਿਰ ਦੇ ਲਾਗੇ ਹੀ ਮੇਰਾ ਪਿੰਡ ਹੈ। ਬੂੜਾ ਆਖੈ ਮੇਰੋ ਜਾਨਹੁ। ਮਹਾਰਾਜ ਸਾਰੇ ਨਾ ਮੈਨੂੰ ਬੂੜਾ ਬੂੜਾ ਕਰਕੇ ਕਹਿੰਦੇ ਆ। ਬਰਨ ਜਟੇਟਾ ਹਿਰਦੇ ਪਛਾਨਹੁ। ਸੱਚੇ ਪਾਤਸ਼ਾਹ ਮਹਾਰਾਜ ਮੈਂ ਜੱਟ ਹੁੰਨਾਗਾ। ਮਾਤ ਪਿਤਾ ਕੇ ਆਇਸ ਪਾਏ। ਮੇਰੇ ਮਾਤਾ ਪਿਤਾ ਦਾ ਹੁਕਮ ਹੈ, ਮੈਨੂੰ ਉਹਨਾਂ ਦੇ ਹੁਕਮ ਅਨੁਸਾਰ ਅਜਾ ਚਰਾਵਤ ਆਪਨ ਪਰਾਈ। ਆ ਮਹਾਰਾਜ ਬੱਕਰੀਆਂ ਮੈਂ ਚਰਾਉਣ ਆਉਣਾ ਹੈ। ਇਹਨਾਂ ਵਿੱਚ ਕੁਝ ਤਾਂ ਸਾਡੀਆਂ ਆਪਣੀਆਂ ਘਰ ਦੀਆਂ ਬੱਕਰੀਆਂ, ਕੁਝ ਮਹਾਰਾਜ ਆਂਢ ਗੁਆਂਢ ਵਾਲਿਆਂ ਦੀਆਂ ਗੀਆਂ, ਉਹ ਮੈਂ ਚਰਾ ਕੇ ਲੈ ਕੇ ਜਾਂਦਾ ਹਾਂ। ਗੁਰੂ ਪਨਿਓ ਕਰੀਏ ਨਿਜ ਕਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਚੰਗਾ ਜਾ ਕਾਕਾ ਆਪਣਾ ਕੰਮ ਕਰ, ਬੱਕਰੀਆਂ ਚਰਾ ਜਾ ਕੇ। ਜਾਏ ਲਿਹੋ ਨਿਜ ਅਜਾ ਸੰਭਾਰੇ। ਜਾਂ ਬੱਕਰੀਆਂ ਨੂੰ ਸੰਭਾਲ ਜਾ ਕੇ, ਇਧਰ ਉਧਰ ਨਾ ਭੱਜ ਜਾਣ। ਸੇਸ ਕਹੇ ਸੰਸਾ ਭਾ ਮਨ ਮਾਹੇ। ਇਹ ਜਿਸ ਵੇਲੇ ਬਾਚਨ ਗੁਰਾਂ ਨੇ ਕਹੇ, ਉਹ ਬੂੜਾ ਬਾਲਕ ਅੱਗੋਂ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਇੱਕ ਸਹਿੰਸਾ ਮੇਰੇ ਮਨ ਵਿੱਚ ਹੈ। ਪ੍ਰਥਮ ਬੁਲਾਇਓ ਆਪਣੇ ਪਾਹੇ। ਪਹਿਲਾਂ ਤਾਂ ਤੁਸੀਂ ਮੈਨੂੰ ਆਪਣੇ ਪਾਸ ਬੁਲਾਇਆ, ਸੱਦਿਆ ਹੈ, ਬਹੁਰ ਨਾ ਕਾਰਜ ਕਛੁ ਬਤਾਇਓ। ਤੇ ਫਿਰ ਮੈਨੂੰ ਕੋਈ ਦੱਸਿਆ ਵੀ ਨਹੀਂ ਵੀ ਕਾਹਦੇ ਵਾਸਤੇ ਬੁਲਾਇਆ ਹੈ। ਜਾਹੋ ਅਵੈ ਮੁਖ ਤੇ ਫੁਰਮਾਇਓ। ਬਸ ਸੱਦ ਕੇ ਇੰਨਾ ਹੀ ਪੁੱਛਿਆ ਵੀ ਬੱਕਰੀਆਂ ਤੇਰੀਆਂ ਕਿ ਲੋਕਾਂ ਦੀਆਂ? ਹੁਣ ਮੈਨੂੰ ਕਹਿਤਾ ਤੁਸੀਂ ਕਿ ਜਾ ਜਾ ਕੇ ਆਪਣੀਆਂ ਬੱਕਰੀਆਂ ਸੰਭਾਲ। ਜੋ ਰਾਵਰ ਕੋ ਕਾਜ ਨਾ ਕੋਏ। ਮਹਾਰਾਜ ਜੀ ਕੋਈ ਕੰਮ ਨਹੀਂ ਸੀਗਾ ਮੇਰੇ ਵਾਸਤੇ, ਕਿਉ ਹਕਾਰ ਨੇ ਆਇਸ ਹੋਏ। ਤਾਂ ਫਿਰ ਮੈਨੂੰ ਬੁਲਾਇਆ ਕਿਉਂ, ਕਾਹਦੇ ਵਾਸਤੇ ਬੁਲਾਇਆ? ਬਿਨਾਂ ਕੰਮ ਤੋਂ ਮਹਾਰਾਜ ਕਾਹਨੂੰ ਸੱਦਿਆ ਮੈਨੂੰ ਤੁਸਾਂ ਨੇ? ਸ਼ੇਰੇ ਗੋਰ ਕਹਿਓ ਜੋ ਨਿਕਟ ਹਕਾਰਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਕਾ ਇਹ ਜਿਹੜਾ ਤੈਨੂੰ ਅਸੀਂ ਆਪਣੇ ਪਾਸ ਬੁਲਾਇਆ ਹੈ, ਕੌਣ ਦੋਸ਼ ਇਸ ਬਿਖਾ ਨਿਹਾਰਾ। ਕੀ ਅਸੀਂ ਕੋਈ ਗੁਨਾਹ ਕਰ ਲਿਆ ਤੈਨੂੰ ਸੱਦ ਕੇ? ਜੇ ਤੇ ਭਾਈ ਕੋਈ ਸਾਡਾ ਗੁਨਾਹ ਹੈ ਤਾਂ ਦੱਸ। ਤੈਨੂੰ ਬੁਲਾਇਆ, ਪੁੱਛਿਆ ਵੀ ਬੱਕਰੀਆਂ ਤੇਰੀਆਂ ਹੈ ਕਿ ਲੋਕਾਂ ਦੀਆਂ ਚਾਰਦਾ, ਕਿ ਸੱਦਣ ਦਾ ਗੁਨਾਹ ਹੋ ਗਿਆ ਤੈਨੂੰ? ਮਿਲਨੇ ਬੋਲਨ ਆਪਨ ਪਰਾਏ। ਸੋ ਇਸ ਤਰ੍ਹਾਂ ਮਿਲਣਾ ਬੋਲਣਾ ਆਪਣਿਆਂ ਨੂੰ ਬਗਾਨਿਆਂ ਨੂੰ। ਬੋਧ ਸੋਧ ਸਗਰੇ ਪਰ ਲਖਾਏ। ਤੇ ਮਹਾਰਾਜ ਕਹਿਣ ਲੱਗੇ, ਮਿਲਣ ਨਾਲ ਗੱਲਬਾਤ ਕਰਨ ਨਾਲ ਵੀ ਸੋਝੀ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਵੀ ਇਹ ਕੌਣ ਹੈ, ਕਿੱਥੋਂ ਦਾ ਹੈ, ਇਹਦੀ ਬੁੱਧੀ ਕਿਹੇ ਜੀ ਹੈ, ਚੰਗਾ ਹੈ ਮਾੜਾ ਹੈ। ਕੋਈ ਮੇਲ ਮਿਲਾਪ ਕਰਨ ਦਾ ਕੋਈ ਗੁਨਾਹ ਤਾਂ ਨਹੀਂ ਹੈ। ਮਹਾਰਾਜ ਨੇ ਕਿਹਾ ਬੂੜੇ ਨੂੰ। ਬੂੜਾ ਸੁਨ ਗਾ ਬੰਧਨ ਕਰ ਕੈ। ਇਹ ਬੂੜੇ ਨੇ ਸੁਣਿਆ ਮਹਾਰਾਜ ਦਾ ਬਾਚਨ, ਸਤਿਗੁਰਾਂ ਨੂੰ ਨਮਸਕਾਰ ਕਰਕੇ ਚਲਾ ਗਿਆ। ਬਾਧਿਓ ਪ੍ਰੇਮ ਔਰ ਰਹਿਓ ਵਿਚਰ ਕੈ। ਪਰ ਉਹ ਮਿਲਣੀ ਕੀ ਹੋਈ, ਬਸ ਉਹ ਮਿਲਣੀ ਹੋ ਗਈ। ਪਿਆਰ ਦੀ ਡੋਰ ਵੱਜ ਗਈ ਸਤਿਗੁਰਾਂ ਦੇ ਚਰਨਾਂ ਦੇ ਨਾਲ। ਸੰਧਿਆ ਲਾਓ ਨਿਜ ਅਜਾ ਚਰਾਏ। ਸ਼ਾਮ ਤੱਕ, ਸੰਧਿਆ ਦੇ ਸਮਾਂ ਤੱਕ ਉਹ ਬਾਲਕ ਬੂੜੇ ਨੇ ਬੱਕਰੀਆਂ ਚਰਾਈਆਂ। ਜਾਏ ਸਾਧਨ ਪੁਨ ਰਹਿਨ ਬਿਤਾਏ। ਤੇ ਰਾਤ ਘਰੇ ਚਲੇ ਗਏ, ਰਾਤ ਬਤੀਤ ਕੀਤੇ। ਸ਼ੇਰੇ ਅੰਗਦ ਸੁਣੀਏ ਕਹਿ ਬਾਲਾ। ਬਾਬਾ ਬਾਲਾ ਜੀ ਕਹਿੰਦੇ ਹਨ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਇਹ ਸੁਣੋ ਪ੍ਰਸੰਗ। ਮੈਂ ਤਬ ਬੂਝਨ ਕਰੇ ਕਿਰਪਾਲਾ। ਤੇ ਮੈਂ ਨਾ ਉਹ ਬਾਲਕ ਦੇ ਜਾਣ ਤੋਂ ਬਾਅਦ ਸਤਿਗੁਰਾਂ ਨੂੰ ਪੁੱਛਿਆ, ਇਹ ਬਾਲਕ ਜੋ ਨਿਕਟ ਬੁਲਾਵਾ। ਇਹ ਮਹਾਰਾਜ ਇੰਨੀ ਦੁਨੀਆ ਤੁਰੀ ਫਿਰਦੀ ਹੈ ਤੇ ਇਹ ਜਿਹੜਾ ਬਾਲਕ ਨੂੰ ਤੁਸੀਂ ਚੇਚੇ ਤੌਰ ਤੇ ਆਪਣੇ ਪਾਸ ਬੁਲਾਇਆ ਹੈ, ਤੇਹ ਸੋ ਬਚਨ ਬਿਲਾਸ ਅਲਾਵਾ। ਅਤੇ ਨਾਲ ਉਸ ਦੇ ਆਪ ਜੀ ਨੇ ਬਚਨ ਬਿਲਾਸ ਕੀਤੇ ਹਨ। ਕੌਣ ਹੈ ਕਿਉ ਨਿਕਟ ਹਕਾਰਾ। ਮਹਾਰਾਜ ਇਹ ਕੌਣ ਹੈ, ਇਹਨੂੰ ਬੱਚੇ ਨੂੰ ਤੁਸੀਂ ਕਿਉਂ ਬੁਲਾਇਆ ਹੈ ਆਪਣੇ ਪਾਸ? ਮੁਝੇ ਬਿਰਤਾਂਤ ਸੁਨਾ ਬਹੁ ਸਾਰਾ। ਇਹ ਗਰੀਬ ਨਵਾਜ, ਕਿਰਪਾ ਕਰਕੇ ਮੈਨੂੰ ਇਸ ਬੱਚੇ ਦੀ ਸਾਰੀ ਵਾਰਤਾ ਸੁਣਾਓ। ਭਨਿਓ ਪ੍ਰਭੂ ਇਹੋ ਹਵੈ ਮਤਵੰਤਾ। ਮਹਾਰਾਜ ਕਹਿਣ ਲੱਗੇ, ਭਾਈ ਬਾਲਿਆ, ਇਹ ਉਮਰ ਬਾਲਕ ਹੈ, ਬੜਾ ਬੁੱਧੀ ਵਾਲਾ ਹੋਵੇਗਾ ਇਹ ਬੱਚਾ। ਕੇਤਕ ਦਿਵਸ ਮਹਿ ਪੂਰਨ ਸੰਤਾ। ਕੁਝ ਕੁ ਦਿਨਾਂ ਤੋਂ ਬਾਅਦ ਇਹ ਬਾਲ ਸਰੂਪ ਵਿੱਚ ਹੀ ਪੂਰਨ ਸੰਤ ਬਣ ਜਾਵੇਗਾ। ਇਹ ਬੱਚਾ ਜਿਹੜਾ ਸਾਡੇ ਪਾਸ ਆਇਆ, ਇਸ ਵਾਸਤੇ ਇਹਨੂੰ ਬੁਲਾਇਆ ਹੈ। ਹਵੈ ਸਿੱਖੇ ਕੋ ਸਾਧਨ ਬਿਸਾਲਾ। ਇਹ ਸਿੱਖੀ ਦਾ ਘਰ ਬਣੇਗਾ ਇਹ ਬੱਚਾ ਜਿਹੜਾ ਸਾਡੇ ਕੋਲ ਆਇਆ ਹੈ। ਛਵੈ ਨਾ ਸਕੈ ਮਨ ਬਿਸ਼ਾ ਜੰਜਾਲਾ। ਇਹ ਜਿਹਾ ਇਹਦਾ ਬ੍ਰਹਮ ਸਰੂਪ ਹੋਵੇਗਾ, ਕੋਈ ਦੁਨਿਆਵੀ ਵਸਤੂਆਂ ਪਦਾਰਥ ਵਿਸ਼ੇ ਵਿਕਾਰ ਇਹਨੂੰ ਛੋਹ ਤੱਕ ਨਹੀਂ ਸਕਣਗੇ। ਜੀਵਨ ਮੁਕਤ ਅਵਸਥਾ ਪਾਵਹਿ। ਇਹਦੀ ਅਵਸਥਾ ਜੀਵਨ ਮੁਕਤ ਹੋ ਜਾਵੇਗੀ। ਆਪਣੇ ਬਾਚ ਸੋ ਅਵਰ ਤਰਾਵਹਿ। ਮਹਾਰਾਜ ਕਹਿੰਦੇ ਆਪ ਦੇ ਜੀਵਨ ਮੁਕਤ ਹੈ ਹੀ, ਇਹਦੇ ਬਚਨਾਂ ਨਾਲ ਅਨੇਕਾਂ ਹੀ ਗੁਰਮੁਖ ਜਨ ਜੀਵਨ ਮੁਕਤ ਹੋ ਜਾਣਗੇ। ਇਸ ਵਾਸਤੇ ਇਹਨੂੰ ਅਸਾਂ ਬੁਲਾਇਆ ਹੈ। ਸਾਡੀ ਕੋਈ ਪੁਰਾਣੀ ਸਾਂਝ ਹੈ ਇਸ ਦੇ ਨਾਲ। ਭਾ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਸੰਗ ਇੱਥੋਂ ਆਰੰਭ ਹੋਇਆ ਹੈ। ਗੁਰੂ ਕਿਰਪਾ ਕਰਨ। ਸਿੱਖੀ ਦੇ ਵਿੱਚ ਸਾਧ ਸੰਗਤ ਜੀ ਉਮਰ ਦਾ ਤਕਾਜ਼ਾ ਕੋਈ ਨਹੀਂ ਹੈ। ਇੱਥੇ ਬਾਲ ਗੁਰੂ ਵੀ ਹੋਏ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 8ਵੇਂ ਗੁਰਦੇਵ ਜੀ। ਇੱਥੇ ਬਜ਼ੁਰਗ ਵੀ ਗੁਰੂ ਹੋਏ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ। ਸਿੱਖੀ ਦੇ ਵਿੱਚ ਉਮਰ ਦਾ ਤਕਾਜ਼ਾ ਕੋਈ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤੇ ਸੀ, ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ। ਵੀ ਜਿਨ੍ਹਾਂ ਨੇ ਜਵਾਨੀ ਵਿੱਚ ਨਹੀਂ ਰੱਬ ਨੂੰ ਯਾਦ ਕੀਤਾ, ਸੇਵਾ ਨਹੀਂ ਕੀਤੀ, ਆ ਚਿੱਟੇ ਹੋ ਗਏ, ਉੱਠਿਆ ਜਾਂਦਾ ਨਹੀਂ, ਤੇ ਉਦੋਂ ਕੀ ਹੋਵੇਗਾ? ਤੇ ਗੁਰੂ ਅਮਰਦਾਸ ਕਹਿਣ ਲੱਗੇ ਸੀ, ਬਾਬਾ ਫਰੀਦ ਜੀ ਤੁਹਾਡੀ ਸੋਚ ਤੁਹਾਨੂੰ ਮੁਬਾਰਕ, ਸਾਡੀ ਸੋਚ ਸਾਨੂੰ ਮੁਬਾਰਕ। ਕਾਲੀ ਧੌਲੀ ਸਾਹਿਬ ਸਦਾ ਹੈ, ਉਹ ਤਾਂ ਸਦਾ ਹੀ ਨਾਲ ਹੈ, ਕਿੱਥੇ ਦੂਰ ਨਹੀਂ ਗਿਆ। ਜੇ ਧੌਲਿਆਂ 'ਚ ਵੀ ਚੇਤਾ ਆ ਜਾਵੇ ਤੇ ਰੱਬ ਉਦੋਂ ਵੀ ਪ੍ਰਸੰਨ ਹੋ ਕੇ ਖੁਸ਼ੀਆਂ ਬਖਸ਼ ਦਿੰਦਾ ਹੈ। ਗੁਰੂ ਕਿਰਪਾ ਕਰਨ, ਜੋ ਬੀਤੀ ਸੋ ਬੀਤੀ, ਹੁਣ ਹੀ ਸਾਨੂੰ ਸਮੱਤ ਆ ਜਾਵੇ। ਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਕੇ ਸਾਨੂੰ ਆਪਣੀ ਜੋ ਸਿੱਖੀ ਦੀ ਮਾਣ ਮਰਜ਼ਾਦਾ ਹੈ ਉਹ ਬਖਸ਼ਿਸ਼ ਕਰਕੇ ਸਾਡੇ ਮਨੁੱਖੇ ਜਨਮ ਨੂੰ ਸਫਲਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾ